ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਹੀ ਗੁਰਮੁਖ ਪਿਆਰਿਆਂ ਨੂੰ ਜੀ ਆਇਆਂ। ਸਤਿਗੁਰੂ ਜੀ ਦੀ ਰਹਿਮਤ ਬਖਸ਼ਿਸ਼ ਨਾਲ ਗੁਰੂ ਦੀਆਂ ਗੱਲਾਂ ਕਰਨ ਲਈ, ਵਿਚਾਰਨ ਲਈ ਜੁੜਨ ਦਾ ਸਮਾਂ ਪ੍ਰਾਪਤ ਹੁੰਦਾ। ਜ਼ਿੰਦਗੀ ਦਾ ਉਹੀ ਸਮਾਂ ਪ੍ਰਵਾਨ ਹੈ ਜੋ ਸਤਿਗੁਰੂ ਜੀ ਦੀ ਮਹਿਮਾ ਵਡਿਆਈ ਵਿੱਚ ਬੀਤ ਜਾਏ। ਬਹੁਤਾਤ ਸਮਾਂ ਦੁਨੀਆ ਦੇ ਧੰਦਿਆਂ ਅੰਦਰ ਖਚਤ ਹੋ ਕੇ ਇਨਸਾਨ ਦਾ ਨਿਕਲ ਜਾਂਦਾ ਹੈ, ਪਰ ਜਦੋਂ ਗੁਰੂ ਬਖਸ਼ਿਸ਼ ਕਰਦਾ, ਰਹਿਮਤ ਕਰਦਾ ਹੈ, ਉਦੋਂ ਗੁਰੂ ਦੀ ਗੱਲ ਕਰਨ ਲਈ ਮਨ 'ਚ ਚਾਅ ਪੈਦਾ ਹੁੰਦਾ ਹੈ। ਉਸੇ ਚਾਅ ਦੇ ਅਧੀਨ ਅਸੀਂ ਰੋਜ਼ ਸਿੱਖ ਮਿਸ਼ਨ ਕਾਲਜ ਵੱਲੋਂ ਚਲਾਈ ਜਾ ਰਹੀ ਇਹ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਦੇ ਹਾਂ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਹਰ ਸੋਮਵਾਰ ਸਾਡਾ ਸਬਜੈਕਟ ਮੈਟਰ ਸਵਾਲ ਜਵਾਬ ਦਾ ਹੁੰਦਾ। ਜਿਹੜੇ ਵੀ ਸਵਾਲ ਆਪ ਜੀ ਵੱਲੋਂ ਭੇਜੇ ਜਾਂਦੇ ਹਨ, ਉਹਨਾਂ 'ਤੇ ਸ਼ਨੀਚਰਵਾਰ ਨੂੰ ਵਿਚਾਰਾਂ ਕਰਕੇ ਕੋਸ਼ਿਸ਼ ਕਰੀਦੀ ਹੈ ਗੁਰਮਤਿ ਅਨੁਸਾਰ, ਸਿੱਖ ਰਹਿਤ ਅਨੁਸਾਰ ਉਸਦੇ ਉੱਤਰ ਜਿਹੜੇ ਹਨ ਉਹ ਦਿੱਤੇ ਜਾਣ। ਫਿਰ ਵੀ ਹਰ ਵਾਰ ਬੇਨਤੀ ਕਰੀਦੀ ਹੈ ਕਿ ਜੇ ਉਹਨਾਂ ਉੱਤਰ ਜਵਾਬਾਂ ਦੇ ਨਾਲ ਤਸੱਲੀ ਨਾ ਹੋਵੇ ਤਾਂ ਕੋਈ ਵੀ ਸੰਪੂਰਨ ਨਹੀਂ ਹੈ। ਤੁਹਾਡੇ ਆਏ ਹੋਏ ਸੁਝਾਅ ਜਿਹੜੇ ਹਨ ਉਹ ਮੁਬਾਰਕ ਹਨ। ਤੁਹਾਡੇ ਵੱਲੋਂ ਆਈ ਹੋਈ ਹਰ ਸਲਾਹ ਜਿਹੜੀ ਉਹ ਪ੍ਰਵਾਨ ਹੈ। ਇਹ ਸਵਾਲ ਜਵਾਬ ਦਾ ਸੈਸ਼ਨ ਸਾਡੇ ਭਾਈ ਸਾਹਿਬ ਜੀ ਰਾਜਾ ਸਿੰਘ ਜੀ ਜੋ ਟੋਰਾਂਟੋ ਤੋਂ ਹਨ, ਉਹ ਸੰਚਾਲਨ ਕਰਦੇ ਹਨ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦਾ ਇਹ ਸਵਾਲ ਜਵਾਬ ਦਾ ਸੈਸ਼ਨ ਜਿਹੜਾ ਹੈ ਉਹ ਸ਼ੁਰੂ ਕੀਤਾ ਜਾਵੇ। ਸਰਦਾਰ ਰਾਜਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਅਨਮਿਊਟ ਕਰੋ ਰਾਜਾ ਸਿੰਘ ਜੀ ਆਪਣੇ ਆਪ ਨੂੰ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦਾ ਸਵਾਗਤ ਹੈ ਜੀ। ਤੋਂ ਸਮਾਂ ਨਿਕਲ ਰਿਹਾ, ਮੈਂ ਸ਼ੁਰੂ ਕਰਦਾ। ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਪੈਨਲ ਮੈਂਬਰ ਸਾਹਿਬਾਨ ਨੂੰ ਕਿ ਉਹ ਆ ਕੇ ਸੰਗਤ ਨਾਲ ਫਤਿਹ ਸਾਂਝੀ ਕਰਨ। ਗਿਆਨੀ ਅੰਮ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਅੰਮ੍ਰਿਤਪਾਲ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਤੇ ਸਤਜਿੰਦਰ ਸਿੰਘ ਜੀ। ਤੁਹਾਡੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸਰਦਾਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ। ਪ੍ਰਿੰਸੀਪਲ ਸਾਹਿਬ ਆਪਣੇ ਆਪ ਨੂੰ ਅਨਮਿਊਟ ਕਰਕੇ ਪਲੀਜ਼ ਫਤਿਹ ਸਾਂਝੀ ਕਰੋ ਜੀ। ਜਦ ਤੱਕ ਮੈਂ ਵੀਰ ਮਨਮੋਹਨ ਸਿੰਘ ਜੀ ਬੇਨਤੀ ਕਰਾਂਗਾ ਸੰਗਤ ਨਾਲ ਫਤਿਹ ਸਾਂਝੀ ਕਰੋ ਜੀ। ਸਾ ਮਨਮੋਹਨ ਸਿੰਘ ਜੀ। ਦੇਖਣਾ ਜੀ ਆਵਾਜ਼ ਨਹੀਂ ਆ ਰਹੀ ਜਾਂ ਕੋਈ ਹੋਰ ਟੈਕਨੀਕਲ ਸਮੱਸਿਆ ਤਾਂ ਨਹੀਂ। ਪ੍ਰਿੰਸੀਪਲ ਸਾਹਿਬ
ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਮਨਮੋਹਨ ਸਿੰਘ ਜੀ, ਮਨਮੋਹਨ ਸਿੰਘ, ਉਹਨਾਂ ਦਾ ਨਾਮ ਤੇ ਆ ਰਿਹਾ, ਸ਼ਾਇਦ ਉਹਨਾਂ ਨੂੰ ਆਵਾਜ਼ ਨਹੀਂ ਜਾ ਰਹੀ। तो सा हरजीत सिंह जी ने संगत ਨੂੰ ਪਹਿਲੇ ਫਤਿਹ ਸਾਂਝੀ ਕੀਤੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ, ਸ਼ੁਕਰੀਆ। तो ਸਾਧ ਸੰਗਤ ਜੀ, ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ, ਜਿੰਨੇ ਤੁਹਾਡੇ ਸਵਾਲ ਆਉਂਦੇ ਨੇ ਉਹਨਾਂ ਤੇ ਸਨਿਚਰਵਾਰ ਪੈਨਲ ਵਿਚਾਰ ਕਰਕੇ ਔਰ ਜਿੱਥੋਂ ਤੱਕ ਹੋ ਸਕੇ ਉਹਨਾਂ ਦਾ ਹੱਲ ਲੱਭ ਕੇ ਆਪ ਦੇ ਸਾਹਮਣੇ ਅਸੀਂ ਹਾਜ਼ਰ ਹੁੰਦੇ ਹਾਂ। तो ਪਹਿਲਾਂ ਹੀ ਸਭ ਤੋਂ ਇਹ ਖਿਮਾ ਮੰਗ ਲੈਂਦੇ ਹਾਂ ਕਿ ਬਹੁਤ ਸਾਰੀਆਂ ਗਲਤੀਆਂ ਰਹਿ ਜਾਂਦੀਆਂ ਨੇ। ਇਹ ਤਾਂ ਸਿਰਫ ਆਪਣੀ ਐਫਰਟ ਹੈ, ਕੋਸ਼ਿਸ਼ ਹੈ ਵੀ ਜਿਹੜੇ ਅਸੀਂ 5-7 ਸਰੀਰ ਰਲ ਕੇ ਗੁਰਬਾਣੀ ਦੇ ਚਾਨਣ ਅਨੁਸਾਰ ਕੋਸ਼ਿਸ਼ ਕਰਦੇ ਹਾਂ ਵੀ ਜਵਾਬ ਲੱਭੀਏ ਟੀਕਿਆਂ ਦੀ ਮਦਦ ਨਾਲ ਔਰ ਵਿਦਵਾਨਾਂ ਦੀ ਮਦਦ ਨਾਲ। ਤਾਂ ਫਿਰ ਵੀ ਕਈ ਤਰੁੱਟੀਆਂ ਰਹਿ ਗਈਆਂ, ਉਹਨਾਂ ਨੂੰ ਆਪ ਜੀ ਨੇ ਸੁਧਾਈ ਕਰ ਸਕਦੇ ਹੋ ਜਾਂ ਦੁਬਾਰਾ ਸਵਾਲ ਲਿਖ ਕੇ ਭੇਜ ਸਕਦੇ ਹੋ। ਔਰ ਨਾਲ ਦੇ ਨਾਲ ਹੀ ਜਿਹੜਾ ਗਰੁੱਪ ਜ਼ੂਮ ਚੈਟ ਹੈ ਉਹਦੇ ਤੇ ਵੀ ਆਪ ਜੀ ਲਿਖ ਸਕਦੇ। ਸ਼ੁਕਰੀਆ ਜੀ। ਤੋਂ ਮੈਂ ਹੁਣ ਸ਼ੁਰੂ ਕਰਦਾ ਸਵਾਲਾਂ ਵੱਲ। ਤੋਂ ਬਹੁਤ ਸਾਰੇ ਸਵਾਲ ਤਾਂ ਇਹੋ ਜਿਹੇ ਆਉਂਦੇ ਨੇ ਜਿੱਥੇ ਉਚਾਰਨ ਦੀ ਗੱਲ ਹੈ। ਹਾਲਾਂਕਿ ਸਰਦਾਰ ਸੁਖਿੰਦਰ ਸਿੰਘ ਜੀ, ਗਿਆਨੀ ਅੰਮ੍ਰਿਤਪਾਲ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ, ਦੂਜੇ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਔਰ ਸਾਹ ਜਗੀਰ ਸਿੰਘ ਜੀ, ਇਹ ਸਮੇਂ ਬਸਮੇਂ ਸਾਨੂੰ ਸੇਧ ਦਿੰਦੇ ਨੇ। ਪਰ ਕਿਉਂਕਿ ਗੁਰਬਾਣੀ ਵਿਸ਼ਾਲ ਸਮੁੰਦਰ ਹੈ ਤੇ ਜਿਸ ਵੇਲੇ ਵੀ ਕੋਈ ਜਗਿਆਸੂ ਗੁਰਬਾਣੀ ਦਾ ਪਾਠ ਕਰਦਾ ਹੈ, ਉਹਦੇ ਮਨ 'ਚ ਅਗਰ ਕੋਈ ਆਵੇ ਤਾਂ ਉਹ ਸਵਾਲ ਭੇਜਦਾ। ਇਹ ਇੱਕ ਚੰਗੀ ਗੱਲ ਹੈ, ਇਹ ਹੈਲਦੀ ਸਿੰਪਟਮ ਹੈ ਕਿ ਇਹਦਾ ਮਤਲਬ ਕਿ ਅਸੀਂ ਬੜੀ ਜਾਗਰੂਕਤਾ ਦੇ ਨਾਲ ਗੁਰਬਾਣੀ ਨੂੰ ਪੜ੍ਹ ਰਹੇ ਹਾਂ। ਤੋਂ ਬੜੀ ਖੁਸ਼ੀ ਹੁੰਦੀ ਹੈ ਜਿਸ ਵੇਲੇ ਇੱਕ ਛੋਟੇ ਛੋਟੇ ਨੁਕਤੇ ਲਿਆ ਕੇ ਸਾਹਮਣੇ ਰੱਖੇ ਜਾਂਦੇ ਨੇ। ਤੋਂ ਸਭ ਤੋਂ ਪਹਿਲਾ ਨੁਕਤਾ ਜਿਹੜਾ ਹੈ ਉਹ ਆਇਆ ਸਰਦਾਰ TP ਸਿੰਘ ਜੀ ਵੱਲੋਂ, ਪਟਿਆਲੇ ਤੋਂ ਨੇ। ਉਹ ਕਹਿੰਦੇ ਜੀ ਕਿ ਗੱਗੇ ਨੂੰ ਕੰਨਾ ਊੜੇ ਥਲੇ ਅੰਕੜ, ਇਹਦਾ ਉਚਾਰਨ ਗੱਗੇ ਨੂੰ ਕੰਨਾ ਊੜਾ ਖੁੱਲਾ, ਇਹ ਹੋ ਸਕਦਾ? ਹਾਂਜੀ, ਗਿਆਨੀ ਅੰਮ੍ਰਿਤਪਾਲ ਸਿੰਘ ਜੀ ਬੇਨਤੀ ਕਰਾਂਗਾ ਕਿ ਉਹ ਕਿਰਪਾ ਕਰਕੇ ਦੱਸਣ ਕਿ ਗੱਗੇ ਨੂੰ ਕੰਨਾ ਊੜੇ ਨੂੰ ਅੰਕੜ, ਇਹਦਾ ਉਚਾਰਨ ਗੱਗੇ ਨੂੰ ਕੰਨਾ ਊੜਾ ਖੁੱਲਾ ਹੋ ਸਕਦਾ? ਉਹਨਾਂ ਨੇ ਜ਼ਿਆਦਾ ਡਿਟੇਲ ਨਹੀਂ ਦਿੱਤੀ ਸਵਾਲ 'ਚ, ਪਰ ਜਿਸ ਤਰ੍ਹਾਂ ਦਾ ਆਇਆ ਮੈਂ ਗਿਆਨੀ ਜੀ ਆਪ ਜੀ ਦੇ ਸਾਹਮਣੇ ਰੱਖ ਰਿਹਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਗੱਗੇ ਨੂੰ ਕੰਨਾਂ ਤੇ ਊੜਾ ਖੁੱਲੇ ਮੂੰਹ ਵਾਲਾ ਵੀ ਗੁਰਬਾਣੀ ਦੇ ਵਿੱਚ ਆਇਆ ਹੈ, ਪਰ ਇਹ ਜਿੱਥੇ ਸਵਾਲ ਆਇਆ ਹੈ ਉਹਦੇ ਵਿੱਚ ਇਸ ਗੱਲ ਦੀ ਤਫਸੀਲ ਨਹੀਂ ਕੀਤੀ ਗਈ, ਨਿਰਣਾ ਨਹੀਂ ਕੀਤਾ ਗਿਆ ਕਿ ਜਿਹੜੇ ਊੜੇ ਨੂੰ ਖੁੱਲੇ ਮੂੰਹ ਵਾਲਾ ਪੁੱਛਦੇ ਨੇ ਜਾਂ ਊੜੇ ਨੂੰ ਔਂਕੜ ਵਾਲਾ ਪੁੱਛਦੇ ਨੇ। ਊੜੇ ਨੂੰ ਔਂਕੜ ਵਾਲਾ ਪੁੱਛ ਰਹੇ ਨੇ। ਹਾਂ, ਊੜੇ ਨੂੰ ਔਂਕੜ ਵਾਲਾ। ਹਾਂਜੀ, ਤੇ ਇਹਦਾ ਉਚਾਰਨ ਜਿਹੜਾ ਨਾ ਜੀ, ਇਹ ਵੱਖ-ਵੱਖ ਸਥਾਨਾਂ ਦੇ ਉੱਤੇ ਵੱਖ-ਵੱਖ ਹੈ ਜੀ। ਤੇ ਵੈਸੇ ਇਹਦਾ ਉਚਾਰਨ ਸਮੁੱਚੇ ਰੂਪ ਦੇ ਵਿੱਚ ਗਾਓ ਹੀ ਹੈ। ਮੈਂ ਇੱਕ ਮਿੰਟ ਖਿਮਾ ਕਰਨਾ ਗਿਆਨੀ ਜੀ, ਮੈਂ ਫਿਰ ਕਲੀਅਰ ਕਰਦੇ। ਉਹਨਾਂ ਲਿਖਿਆ ਕਿ ਗੱਗੇ ਨੂੰ ਕੰਨਾ ਊੜੇ ਨੂੰ ਔਂਕੜ, ਇਹਦਾ ਉਚਾਰਨ ਗੱਗੇ ਨੂੰ ਕੰਨਾ ਊੜਾ ਖੁੱਲੇ ਤਰ੍ਹਾਂ ਵੀ ਹੋ ਸਕਦਾ ਹੈ। ਤਕਰੀਬਨ ਖੁੱਲੇ ਊੜੇ ਵੱਲ ਨੂੰ ਹੀ ਇਹਦਾ ਉਲਾਰ ਹੋਏਗਾ। ਠੀਕ ਹੈ ਜੀ। ਗਾਓ ਜਦੋਂ ਅਸੀਂ ਕਹਿੰਦੇ ਹਾਂ। ਅੱਛਾ ਜੀ। ਪਰ ਵੱਖ-ਵੱਖ ਸਥਾਨਾਂ ਦੇ ਉੱਤੇ ਜਿੱਥੇ ਤੁਕਾਂ ਵਿੱਚ ਵਰਤਿਆ ਵੱਖਰੀਆਂ ਵੱਖਰੀਆਂ ਤੁਕਾਂ ਦੇ ਵਿੱਚ ਇਹਦਾ ਅਰਥ ਅਲੱਗ-ਅਲੱਗ ਹੋ ਜਾਂਦਾ। ਠੀਕ ਹੈ ਜੀ। ਇਹ ਧਿਆਨ ਰੱਖਣਾ ਹੋਏਗਾ ਸਾਨੂੰ। ਜਿਸ ਤਰ੍ਹਾਂ ਫਸਟ ਪਰਸਨ ਵਗੈਰਾ, ਸੈਕੰਡ ਪਰਸਨ। ਹਾਂਜੀ ਹਾਂਜੀ, ਜਿਸ ਵੇਲੇ ਫਸਟ ਪਰਸਨ ਦੇ ਲਈ ਆਏਗਾ ਉੱਥੇ ਗਾਂਵ ਬੋਲਿਆ ਜਾਣਾ। ਜੀ ਜੀ। ਸਪੈਲਿੰਗ ਉਹੀ ਹੈ ਜੀ। ਜਿੱਥੇ ਪਿੰਡ ਦੇ ਵਾਸਤੇ ਆਇਆ ਉੱਥੇ ਵੀ ਗਾਓ ਹੀ ਲਿਖਿਆ ਹੋਇਆ ਹੈ, ਪਰ ਉਹਦੇ ਨਾਲ ਬਿੰਦੀ ਊੜੇ ਨੂੰ ਔਂਕੜ ਲੱਗ ਜਾਣੀ ਹੈ। ਠੀਕ ਹੈ ਜੀ। ਉੱਥੇ ਬਿੰਦੀ ਜਿਹੜੀ ਹੈ ਉਹ ਗਾਂਵ ਦਾ ਸੂਚਕ ਹੈ, ਗ੍ਰਾਮ ਦਾ ਸੂਚਕ ਹੈ, ਪਿੰਡ ਦਾ ਸੂਚਕ ਹੈ। ਠੀਕ ਹੈ। ਤੇ ਜਿੱਥੇ ਗਾਓ ਮੰਗਲੋ ਨਿਤ ਹਰ ਜਨੋ 1922 ਰਾਮ, ਇੱਥੇ ਗਾਉਣ ਦਾ ਹੁਕਮ ਹੀ ਕਰਿਆ। ਠੀਕ ਹੈ ਜੀ। ਇਹ ਸਾਰੀਆਂ ਗੱਲਾਂ ਸਮਝਣੀਆਂ ਪੈਣੀਆਂ, ਤਾਂ ਇਹਦੇ ਬਾਰੇ ਆਪਣੇ ਆਪ ਹੀ ਨਿਰਣਾ ਸਾਹਮਣੇ ਆ ਜਾਏਗਾ। ਉਹ ਤੁਕਾਂ ਦੇ ਵਿੱਚੋਂ ਹੀ ਲੱਭਣਾ ਹੈ ਸਾਨੂੰ, ਜਿਹਨੂੰ ਪੁਰਾਤਨ ਬੋਲੀ ਦੇ ਵਿੱਚ ਕਿਹਾ ਜਾਂਦਾ ਵੀ ਸਥਾਨ ਭੇਦ ਹੁੰਦਾ ਹਰੇਕ ਸ਼ਬਦ ਦਾ। ਉਹਦਾ ਲਿਖਣ ਦਾ ਇੱਕੋ ਹੀ ਢੰਗ ਹੈ, ਔਰ ਬੋਲਣ ਦਾ ਅਲੱਗ-ਅਲੱਗ ਢੰਗ ਅਲੱਗ-ਅਲੱਗ ਜਗ੍ਹਾ ਦੇ ਉੱਤੇ ਹੋਏਗਾ। ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ। तो ज्ञानी जी ने जिस तरह बड़ा सुंदर दसिया भी
ਅਸੀਂ ਦੇਖਣਾ ਇਹ ਹੈ ਕਿ ਇਹਦਾ ਉਚਾਰਨ ਕਿਸ ਪ੍ਰੀਟੈਕਸਟ ਵਿੱਚ ਹੋ ਰਿਹਾ, ਕਿਸ ਸੰਬੰਧ ਵਿੱਚ ਹੋ ਰਿਹਾ। ਆਇਆ ਫਸਟ ਪਰਸਨ ਹੈ, ਸੈਕੰਡ ਪਰਸਨ ਹੈ, ਜਾਂ ਕਿਸੇ ਜਗ੍ਹਾ, ਜਿਵੇਂ ਉਹਨਾਂ ਨੇ ਬੜੀ ਸੁੰਦਰ ਉਦਾਹਰਨ ਦਿੱਤੀ, ਗਾਉਂ ਜੇ ਪਿੰਡ ਕਰ ਗਿਆ ਤੇ ਉੱਥੇ ਬਿੰਦੀ ਲੱਗੇਗੀ। ਤੋ ਇਹ ਦੇਖਣਾ ਪਏਗਾ ਕਿ ਗੁਰਬਾਣੀ ਦਾ ਪਾਠ ਕਰਨ ਲੱਗਿਆਂ ਸਾਨੂੰ ਬੜਾ ਇਹ ਧਿਆਨ ਰੱਖਣਾ ਪੈਣਾ ਕਿ ਇਹ ਕਿਸ ਤਰ੍ਹਾਂ ਦਾ ਤੇ ਆਪਣਾ ਉਹਦਾ ਉਚਾਰਨ ਉਹਦੇ ਮੁਤਾਬਕ ਬਦਲੇ। ਕਬੀਰ ਸਾਹਿਬ ਦਾ ਸ਼ਬਦ ਹੈ, ਕਬੀਰ ਸਾਹਿਬ ਜੀ ਦਾ ਸ਼ਬਦ ਹੈ ਜੀ, ਬਾਬਾ ਅਬਨਾ ਵਸੋਏ ਗਾਉਂ, ਲਿਖਿਆ ਹੋਇਆ ਗਾਓ ਹੀ ਹੈ। ਹਾਂਜੀ ਹਾਂਜੀ, ਇੱਥੇ ਬਿੰਦੀ ਤੋਂ ਬਿਨਾ ਬੋਲਾਂਗੇ ਤਾਂ ਸਪਸ਼ਟ ਨਹੀਂ ਹੋਏਗਾ। ਠੀਕ ਹੈ ਜੀ। ਹਾਂਜੀ, ਤੋ ਇੱਕ ਇਹਨਾਂ ਦਾ ਜਿਹੜਾ ਹੋਰ ਹੈ, ਮੈਂ ਟੀਪੀ ਸਿੰਘ ਨੂੰ ਬੇਨਤੀ ਕਰਾਂਗਾ, ਊੜੇ ਨੂੰ ਅੰਕੜ ਤੇ ਚੱਚਾ, ਇਹਦਾ ਉਚਾਰਨ ਕੀ ਹੈ। ਮੈਂ ਟੀਪੀ ਸਿੰਘ ਨੂੰ ਬੇਨਤੀ ਕਰਾਂਗਾ ਵੀ ਇਹ ਕਿਰਪਾ ਕਰਕੇ ਇਸ ਨੂੰ ਖੋਲ ਕੇ ਲਿਖੋ ਕਿ ਆਇਆ ਸਵਾਲ ਕੀ ਹੈ। ਊੜੇ ਨੂੰ ਅੰਕੜ ਚੱਚਾ, ਇਹਦਾ ਉਚਾਰਨ ਕੀ ਹੈ। ਸਿੱਧੀ ਤੌਰ ਤੇ ਉਚਾਰਨ ਦਾ ਉੱਚ ਹੈ, ਪਰ ਜੇ ਉਹਨਾਂ ਦੇ ਸ਼ਾਇਦ ਮਨ 'ਚ ਕੋਈ ਹੋਰ ਗੱਲ ਹੈ ਤੇ ਮੈਂ ਉਹਨੂੰ ਬੇਨਤੀ ਕਰਾਂਗਾ ਕਿ ਉਹ ਸਵਾਲ ਨੂੰ ਡਿਟੇਲ ਵਿੱਚ ਲਿਖਣ, ਤਾਂ ਜੇ ਅਗਲੇ ਹਫਤੇ ਆਪਾਂ ਡਿਸਕਸ ਕਰੀਏ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਅਗਲੇ ਸਵਾਲ ਵੱਲ ਚੱਲਦੇ ਹਾਂ ਜੀ। ਅਗਲਾ ਸਵਾਲ ਜਿਹੜਾ ਹੈ ਉਹ ਇਤਿਹਾਸਕ ਘਟਨਾਵਾਂ ਦੇ ਨਾਲ ਸੰਬੰਧਿਤ ਹੈ। ਸਾਧ ਸੰਗਤ ਜੀ, ਆਪਾਂ ਕਈ ਵਾਰ ਬੇਨਤੀ ਕਰੀਦੀ ਹੈ ਕਿ ਸਾਡਾ ਜਿਹੜਾ ਸਿੱਖ ਇਤਿਹਾਸ ਹੈ ਬਹੁਤਾ ਤਾਂ ਲਿਖਿਆ ਹੀ ਨਹੀਂ ਗਿਆ। ਉਹਦਾ ਕਾਰਨ ਕਿ ਸਿੱਖ ਜੰਗਾਂ ਯੁੱਧਾਂ 'ਚ ਔਰ ਕਲਗੀਧਰ ਪਾਤਸ਼ਾਹ ਜੀ ਤੋਂ ਬਾਅਦ ਦਾ ਜਿਹੜਾ ਸਮਾਂ ਬੜਾ ਔਖਾ ਸਮਾਂ ਆਇਆ, ਉਸ ਵੇਲੇ ਇਤਿਹਾਸ ਨੂੰ ਲਿਖਣਾ ਸੰਭਾਲਣਾ ਬੜਾ ਔਖਾ ਸੀ। ਔਰ ਉਸ ਤੋਂ ਬਾਅਦ ਜਿਸ ਵੇਲੇ ਲਿਖਿਆ ਵੀ ਗਿਆ ਤਾਂ ਕਈ ਵਾਰੀ ਲਿਖਾਇਆ ਗਿਆ, ਜਿਹੜਾ ਲਿਖਾਇਆ ਗਿਆ ਉਹ ਪਤਾ ਨਹੀਂ ਕਿਸ ਪਰਪਸ ਲਈ ਲਿਖਾਇਆ ਗਿਆ, ਕਿਉਂਕਿ ਕਈ ਇਤਿਹਾਸ ਦੇ ਵਿੱਚ ਬੜੀ ਰਲਗੱਡ ਹੈ ਜਿਹੜੀ ਕਿ ਗੁਰਮਤਿ ਨਾਲ ਮੇਲ ਵੀ ਨਹੀਂ ਖਾਂਦੀਆਂ। ਉਹੋ ਜਿਹੀਆਂ ਸਾਡੇ ਸਾਹਮਣੇ ਪੁਸਤਕਾਂ ਜਿਹੜੀਆਂ ਨੇ ਉਹ ਛਾਪ ਕੇ ਪਰੋਸੀਆਂ ਗਈਆਂ। ਤੋ ਕਈਆਂ ਦੇ ਸਹਿਬਨ ਵੀ ਗਲਤੀ ਹੋ ਸਕਦੀ। ਕਈ ਵਾਰੀ ਸਾਡੇ ਵਰਗੇ ਸੁਣੀ ਸੁਣਾਈ ਗੱਲ ਜਿਹੜੀ ਹੈ ਉਹਨੂੰ ਲਿਖ ਦਿੰਦੇ ਨੇ। ਤੋ ਇਹਨਾਂ ਕਾਰਨਾਂ ਕਰਕੇ ਸਾਡੇ ਇਤਿਹਾਸ ਬਾਰੇ ਕਈ ਤਰ੍ਹਾਂ ਦੇ ਸ਼ੰਕੇ ਗਾਏ ਬਗਾਏ ਆਉਂਦੇ ਨੇ। ਤੋ ਇੱਕ ਜਿਹੜਾ ਅੱਜ ਸਵਾਲ ਆਇਆ ਸਾਡੇ ਸਾਹਮਣੇ ਉਹ ਹੈ ਕਿ 10ਵੇਂ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਬਾਰੇ ਵੱਖ-ਵੱਖ ਘਟਨਾਵਾਂ ਦੱਸੀਆਂ ਜਾਂਦੀਆਂ ਹਨ। ਇਹਨਾਂ 'ਚੋਂ ਸਹੀ ਕਿਹੜੀ ਹੈ ਕਿ ਗੁਰੂ ਸਾਹਿਬ ਜੀ ਦਾ ਜੋਤੀ ਜੋਤ ਸਮੇਂ ਵਿੱਚ ਜਿਹੜੀ ਉਹ ਘਟਨਾ ਕੀ ਹੈ, ਔਰ ਕਈ ਤਰ੍ਹਾਂ ਦੀਆਂ ਜਿਹੜੀਆਂ ਨਾਲ ਸਾਖੀਆਂ ਮਤਲਬ ਕਹਾਣੀਆਂ ਜੋੜੀਆਂ ਜਾਂਦੀਆਂ ਨੇ ਵੀ ਸ਼ਾਇਦ ਗੁਰੂ ਸਾਹਿਬ ਜੀ ਸਣੇ ਘੋੜੇ ਹੀ ਚਲੇ ਗਏ। ਤੋ ਇਹਦੇ ਬਾਰੇ ਮੈਂ ਸਾਹਿਬ ਮਨਮੋਹਨ ਸਿੰਘ ਦੀ ਬੇਨਤੀ ਕਰਾਂਗਾ ਵੀ ਕਿਰਪਾ ਕਰਕੇ ਚਾਨਣਾ ਪਾਓ ਜੀ। ਸਾਹਿਬ ਮਨਮੋਹਨ ਸਿੰਘ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਊਟ ਕਰ ਦਿਓ ਮੇਰੀ ਆਵਾਜ਼ ਖਰਾਬ, ਆਵਾਜ਼ ਠੀਕ ਨਹੀਂ ਆ ਰਹੀ ਮਨਮੋਹਨ ਸਿੰਘ। ਮਨਮੋਹਨ ਸਿੰਘ ਜੀ ਆਪਣਾ ਫੋਨ ਚੇਂਜ ਕਰੋ ਜਾਂ ਦੂਜਾ ਸੈੱਲ ਫੋਨ ਲੈ ਕੇ ਉਹ ਤੋਂ ਗੱਲ ਕਰੋ ਤੇ ਆਵਾਜ਼ ਤੇ ਨਹੀਂ ਆ ਰਹੀ ਤੁਹਾਡੀ। ਮਨਮੋਹਨ ਸਿੰਘ ਤੁਸੀਂ ਠੀਕ ਕਰੋ, ਜਦ ਤੱਕ ਆਪਾਂ ਅਗਲੇ ਸਵਾਲ ਵੱਲ ਚੱਲਦੇ ਹਾਂ ਸਾਧ ਸੰਗਤ ਜੀ, ਕਿਉਂਕਿ ਸਮਾਂ ਦੌੜ ਰਿਹਾ। ਤੋ ਅਗਲਾ ਸਵਾਲ ਜਿਹੜਾ ਹੈ ਉਚਾਰਨ ਬਾਰੇ ਹੈ। ਆਪੇ ਬੀਜ ਆਪੇ ਹੀ ਖੱਖੇ ਨੂੰ ਕਰਨਾ, ਹਾਹੇ ਥਲੇ ਅੰਕੜ। ਇਹ ਸਵਾਲ ਆਇਆ, ਆਪੇ ਬੀਜ ਆਪੇ ਹੀ ਖੱਖੇ ਨੂੰ ਕਰਨਾ, ਹਾਹੇ ਥਲੇ ਅੰਕੜ। ਮੈਂ MP ਸਿੰਘ ਦੀ ਬੇਨਤੀ ਕਰਾਂਗਾ ਕਿ ਉਹ ਕਿਰਪਾ ਕਰਕੇ ਇਹਦਾ ਉੱਤਰ ਦੇਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਇਹ ਜਿਹੜੀ ਪੰਕਤੀ ਦੇ ਬਾਰੇ ਸਵਾਲ ਆਇਆ ਹੈ ਸਾਡੀ ਨਿਤਨੇਮ ਦੀ ਬਾਣੀ ਜਪਜੀ ਸਾਹਿਬ ਦੇ ਵਿੱਚੋਂ ਹੀ ਹੈ ਜੀ। ਤੋ ਇਹਦੀ ਅਗਲੀ ਪੰਕਤੀ ਨੂੰ ਵੀ ਨਾਲ ਹੀ ਪੜ੍ਹ ਲਿਆ ਜਾਵੇ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ ਜੀ। ਤੋ ਤਿੰਨੋਂ ਲਫ਼ਜ਼ ਜਿਹੜੇ ਹਾਹੇ ਵਾਲੇ ਆਏ ਨੇ, ਤਿੰਨੋਂ ਜਗ੍ਹਾ ਤੇ ਹਾਹੇ ਨੂੰ ਔਂਕੜ ਹੈ, ਔਰ ਤਿੰਨੋਂ ਹੀ ਲਫ਼ਜ਼ ਜਿਹੜੇ ਹਨ ਕਿਰਿਆ ਦੇ ਰੂਪ ਵਿੱਚ ਇਸਤੇਮਾਲ ਹੋਏ ਹਨ। ਤੋ ਗੁਰਬਾਣੀ ਵਿਆਕਰਨ ਦੇ ਨਿਯਮ ਦੇ ਮੁਤਾਬਕ ਜਦੋਂ ਕਿਰਿਆ ਦੇ ਰੂਪ ਵਿੱਚ ਲਫ਼ਜ਼ ਵਰਤਿਆ ਜਾਂਦਾ ਹੈ ਤਾਂ ਉਹਦੇ ਅਖੀਰਲੇ ਅੱਖਰ ਅਗਰ ਜੇ ਹਾਹੇ ਨੂੰ ਔਂਕੜ ਲੱਗੀ ਹੋਵੇ ਤਾਂ ਉਸ ਔਂਕੜ ਦਾ ਉਚਾਰਨ ਕੀਤਾ ਜਾਂਦਾ ਹੈ। ਜੇ ਨਾਉਨ ਹੋਵੇ ਤਾਂ ਹਾਹੇ ਦੀ ਔਂਕੜ ਸਾਇਲੈਂਟ ਰਹਿੰਦੀ ਹੈ। ਇੱਥੇ ਤਿੰਨੋਂ ਹੀ ਲਫ਼ਜ਼ ਖਾਓ, ਆਵੋ, ਜਾਓ, ਇਹ ਤਿੰਨੋਂ ਕਿਰਿਆ ਦੇ ਰੂਪ ਵਿੱਚ ਇਸਤੇਮਾਲ ਹੋਏ ਹਨ। ਤੋ ਇਸ ਲਈ ਤਿੰਨੋਂ ਜਗ੍ਹਾ ਤੇ ਔਂਕੜ ਦਾ ਉਚਾਰਨ ਕੀਤਾ ਜਾਏਗਾ। ਸਿਰਫ ਇੰਨਾ ਧਿਆਨ ਰੱਖਣ ਦੀ ਲੋੜ ਹੈ ਕਿ ਇਹ ਔਂਕੜ ਨੂੰ ਔਂਕੜ ਵਾਂਗ ਹੀ ਉਚਾਰਨ ਕਰਨਾ ਹੈ। ਜੇ ਹਾਹਾ ਮੁਕਤਾ ਹੋਵੇ ਤਾਂ ਅਸੀਂ ਪੜ੍ਹਦੇ ਹਾਂ ਖਾ, ਜੇ ਹੋੜਾ ਲੱਗਾ ਹੋਵੇ ਹਾਹੇ ਨੂੰ ਤਾਂ ਅਸੀਂ ਬੋਲਾਂਗੇ ਖਾਹੋ। ਪਰ ਔਂਕੜ ਦਾ ਉਚਾਰਨ ਇਹਨਾਂ ਦੋਨਾਂ ਦੇ ਵਿਚਕਾਰ ਹੈ, ਨਾ ਖਾ ਤੇ ਨਾ ਖਾਹੋ, ਖਾਓ। ਤੋ ਇਸ ਤਰੀਕੇ ਨਾਲ ਸੰਖੇਪ ਜਿਹੜਾ ਉਚਾਰਨ ਜਿਹੜਾ ਹੈ ਉਹਦੇ ਨਾਲ ਹੋਏਗਾ। ਤੋ ਇੰਨਾ ਧਿਆਨ ਰੱਖਣਾ ਵੀ ਖਾਹੋ ਨੂੰ ਖਾਹੋ ਨਹੀਂ ਕਰਨਾ,
ਬਾਕੀ ਔਂਕੜ ਦਾ ਉਚਾਰਨ ਕੀਤਾ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਵੀ ਜੇ ਨਾਉਨ ਹੈ ਤੇ ਔਂਕੜ ਸਾਇਲੈਂਟ ਰਹੇਗੀ ਹਾਹੇ ਦੀ, ਜੇ ਵਰਬ ਹੈ ਤਾਂ ਬੋਲੇਗੀ। ਔਰ ਕਿਸ ਤਰ੍ਹਾਂ ਬੋਲੇਗੀ ਉਹਨਾਂ ਨੇ ਉਚਾਰਨ ਕਰਕੇ ਦੱਸਿਆ। ਉਮੀਦ ਹੈ ਬਈ ਸੰਗਤ ਨੂੰ ਇਹ ਜੋ ਉੱਤਰ ਹੈ ਮਿਲ ਗਿਆ। ਔਰ ਫਿਰ ਵੀ ਜੇ ਇਹਦੇ 'ਚ ਕੋਈ ਕਿਸੇ ਦੀ ਹੋਰ ਗੱਲ ਕਿਸੇ ਨੇ ਦੱਸਣੀ ਹੋਵੇ ਉਹ ਕਿਰਪਾ ਕਰਕੇ ਗਰੁੱਪ ਚੈਟ ਵਿੱਚ ਜਾਂ ਰੈਗੂਲਰ ਸਵਾਲ ਵਿੱਚ ਦਿੱਤਾ ਜਾ ਸਕਦਾ। ਤੋ ਆਪਾਂ ਜੇ ਮਨਮੋਹਨ ਸਿੰਘ ਜੀ ਦਾ ਪਤਾ ਨਹੀਂ ਵੀ ਉਹਨਾਂ ਦਾ ਠੀਕ ਹੋਇਆ ਕਿ ਨਹੀਂ ਸਿਸਟਮ, ਤੇ ਇੱਕ ਹੋਰ ਸਵਾਲ ਕਰ ਲੈਣੇ ਆ। ਇਹ ਸਵਾਲ ਜਿਹੜਾ ਹੈ ਸਾਧ ਸੰਗਤ ਜੀ, ਕਈ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਵੀ ਇੱਕ ਸ਼ਬਦ ਜਿਹੜਾ ਸਿਰਫ ਇੱਕ ਤੁਕ ਦਾ ਹੀ ਹੈ, ਇੱਕ ਸ਼ਬਦ ਸਿਰਫ ਦੋ ਤੁਕਾਂ ਦਾ। ਤੋ ਇਹੋ ਜਿਹਾ ਸਵਾਲ ਸਾਡੇ ਕੋਲ TPC ਨੇ ਭੇਜਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 927 ਦੇ ਇਹ ਜਿਹੜਾ ਸ਼ਬਦ ਹੈ, ਰਣ ਝੁੰਝਣੜਾ ਗਾਓ ਸਖੀ ਹਰ ਏਕ ਧਿਆਵੋ, ਸਤਿਗੁਰ ਤੁਮ ਸੇਵ ਸਖੀ ਮਨ ਚਿੰਦੜਾ ਫਲ ਪਾਓ। ਉਹਨਾਂ ਦਾ ਸਵਾਲ ਇਹ ਹੈ ਕਿ ਇਹਦੇ ਵਿੱਚ ਇੱਕ ਤੇ ਅੰਕ ਨਹੀਂ ਲੱਗੇ ਤੇ ਆਇਆ ਇਹ ਸ਼ਬਦ ਕੰਪਲੀਟ ਹੈ ਕਿ ਨਹੀਂ ਹੈ। ਦੂਸਰਾ ਉਹਨੇ ਕਿਹਾ ਵੀ ਨਾਨਕ ਪਦ ਨਹੀਂ ਵਰਤਿਆ। ਇਹ ਦੋ ਉਹਨਾਂ ਦੇ ਸ਼ੰਕੇ ਇਸ ਦੋ ਤੁਕਾਂ ਬਾਰੇ ਨੇ। ਤੇ ਮੈਂ ਬੇਨਤੀ ਕਰਾਂਗਾ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਇਹਦੇ ਬਾਰੇ ਚਾਨਣਾ ਪਾਉਣ ਜੀ। ਗਿਆਨੀ ਅੰਮ੍ਰਿਤਪਾਲ ਸਿੰਘ। ਇਹਦੇ ਬਾਰੇ ਬੇਨਤੀ ਹੋਈ ਹੈ ਜੀ ਬਈ ਇਸ ਬਾਰੇ ਅਸਲੀਅਤ ਜਿਹੜੀ ਹੈ ਗੁਰੂ ਸਾਹਿਬ ਨੂੰ ਆਪ ਨੂੰ ਪਤਾ ਹੈ। ਇਹਦੇ ਬਾਰੇ ਅਸੀਂ ਤੁਸ਼ ਬੁੱਧੀ ਵਾਲੇ ਨਿਰਣਾ ਨਹੀਂ ਕਰ ਸਕਦੇ। ਕੁਝ ਕੁ ਪਾਠ ਸਿਖਾਉਣ ਵਾਲੀਆਂ ਸੰਪਰਦਾਵਾਂ ਦੇ ਵਿੱਚ ਇੱਕ ਸਾਖੀ ਘੜੀ ਗਈ ਹੈ ਕਿ ਜਿਸ ਵੇਲੇ ਇਹ ਸ਼ਬਦ ਉਚਾਰਨ ਕਰ ਰਹੇ ਸੀ, ਗੁਰੂ ਸਾਹਿਬ ਸ਼ੁਰੂ ਹੀ ਕੀਤਾ ਸੀ, ਉਸ ਵੇਲੇ ਲਾਂਗਰੀ ਆ ਗਿਆ ਤੇ ਗੁਰੂ ਸਾਹਿਬ ਨੇ ਪਹਿਲਾਂ ਲੰਗਰ ਨੂੰ ਪ੍ਰੈਫਰੈਂਸ ਦਿੱਤੀ ਤੇ ਇਸ ਕਰਕੇ ਉੱਠ ਕੇ ਜਾਣਾ ਪਿਆ। ਪਰ ਇਹ ਗਪੌੜਾ ਹੀ ਲੱਗਦਾ ਹੈ, ਇਹ ਗੱਲ ਹੋ ਨਹੀਂ ਸਕਦੀ। ਕਿਉਂਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਦੋਂ ਬਾਣੀ ਉਚਾਰਨ ਕਰਦੇ ਨੇ ਤਾਂ ਉਹਨਾਂ ਦੀ ਆਤਮਿਕ ਅਵਸਥਾ ਜਿਹੜੀ ਹੈ ਅਕਾਲ ਪੁਰਖ ਦੇ ਨਾਲ ਮਿਲੀ ਹੋਈ ਹੋਣੇ ਕਰਕੇ ਇਸ ਬਾਣੀ ਨੂੰ ਹੁਕਮ ਮੰਨਿਆ ਗਿਆ ਹੈ, ਹੁਕਮ ਕਿਹਾ ਗਿਆ। ਗੁਰੂ ਸਾਹਿਬ ਨੇ ਆਪ ਕਿਹਾ, ਹਾਂ ਆਪਾਂ ਬੋਲਣਾ ਜਾਣਦਾ, ਮੈਂ ਕਹਿਆ ਸਾਹਿਬ ਹੁਕਮ ਆਓ ਜੀਓ ਜੀ। ਇਸ ਕਰਕੇ ਇਹ ਹੁਕਮ ਅਧੂਰਾ ਨਹੀਂ ਕਿਹਾ ਜਾ ਸਕਦਾ। ਇਹਦੇ ਵਿੱਚ ਜਿਤਨਾ ਕੋਈ ਖਿਆਲ ਦਿੱਤਾ ਗਿਆ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੇ ਰੰਗ ਦੇ ਵਿੱਚ ਹੀ, ਪਿਆਰ ਦੇ ਵਿੱਚ ਹੀ ਦਿੱਤਾ ਗਿਆ ਹੈ। ਔਰ ਕਿਸੇ ਸਮਾਧੀ ਮੈਂ ਇਹ ਸਮਝਦਾ ਹਾਂ ਕਿ ਜਿਸ ਤਰ੍ਹਾਂ ਸੂਰਦਾਸ ਜੀ ਨੇ ਇੱਕੋ ਹੀ ਤੁਕ ਉਚਾਰਨ ਕੀਤੀ, ਉਹ ਹੁਣ ਮੇਰੇ ਦਿਮਾਗ 'ਚ ਨਹੀਂ ਆ ਰਹੀ, ਸਾਰੰਗ ਰਾਗ ਦੇ ਵਿੱਚ ਹੈ, ਪਰ ਉਹਦੀ ਹਾਂ ਛੜ ਮਨ ਹਰ ਬਿਮੁਖਨ ਕੋ ਸੰਗ। ਹੁਣ ਦੇਖੋ ਇਹ ਸਮਾਧੀ ਰੰਗ ਦਾ ਖਿਆਲ ਜਿਹੜਾ ਹੈ ਉਹ ਭਗਤ ਜੀ ਨੇ ਉੱਥੇ ਜ਼ਾਹਰ ਕੀਤਾ ਹੈ ਆਪਣੀ ਆਤਮਿਕ ਅਵਸਥਾ ਦੇ ਅਨੁਸਾਰ, ਔਰ ਉਹਦੇ ਰੰਗ ਦੇ ਵਿੱਚ ਹੀ ਲੀਨ ਹੋ ਗਏ ਉਸ ਵੇਲੇ ਉਹ ਗੱਲ ਕਹਿ ਕੇ। ਹੋ ਸਕਦਾ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਉਂਕਿ ਬ੍ਰਹਮ ਦੀ ਬਾਣੀ ਇਹ ਉਚਾਰਨ ਕਰ ਰਹੇ ਸਨ, ਐਸੇ ਸਮਾਧੀ ਰੰਗ ਦੇ ਵਿੱਚ ਆ ਕਰਕੇ ਇੰਨੀਆਂ ਕੁ ਹੀ ਤੁਕਾਂ ਲਿਖਤ ਦੇ ਵਿੱਚ ਲਿਆਂਦੀਆਂ ਨੇ, ਅੱਗੇ ਗੁਰੂ ਜਾਣਦਾ। ਤੋ ਸ਼ੁਕਰੀਆ ਜੀ। ਜਿਸ ਤਰ੍ਹਾਂ ਗਿਆਨੀ ਜੀ ਨੇ ਦੱਸਿਆ ਕਿ ਇੱਕ ਗੱਲ ਬੜੀ ਜ਼ਰੂਰੀ ਹੈ ਜਿਹੜੀ ਗਿਆਨੀ ਜੀ ਨੇ ਦੱਸੀ ਹੈ, ਔਰ ਜਿਸ ਤਰ੍ਹਾਂ ਮੈਂ ਪਹਿਲੇ ਬੇਨਤੀ ਕਰ ਰਿਹਾ ਸਾਂ ਕਿ ਸਾਡੇ ਇਤਿਹਾਸ ਦੇ ਨਾਲ ਖਾਮਖਾਹ ਦੀਆਂ ਕਈ ਗੱਲਾਂ ਜੋੜ ਕੇ ਸਾਨੂੰ ਗੁੰਮਰਾਹ ਕਰਨ ਲਈ ਵੱਖ-ਵੱਖ ਜਿਹੜੇ ਲੋਕਾਂ ਵੱਲੋਂ ਪਾਈਆਂ ਜਾਂਦੀਆਂ। ਔਰ ਅੱਜ ਦੀ ਗੱਲ ਨਹੀਂ ਹੈ ਇਹ, ਮਤਲਬ ਆ ਵੀ ਜਦ ਤੱਕ ਤੁਸੀਂ ਪਿੱਛੇ ਨਜ਼ਰ ਮਾਰੋ ਇਹੋ ਜਿਹੀ ਗੱਲ ਚੱਲਦੀ ਹੈ। ਤੋ ਕਥਾਕਾਰ ਕੇ ਵੀ ਬੜਾ ਸੁੰਦਰ ਦੱਸਦੇ ਨੇ, ਉਹ ਕਹਿੰਦੇ ਨੇ ਬਈ ਕਿਹੜੀ ਚੀਜ਼ ਨੂੰ ਜ਼ਿਆਦਾ ਕੋਈ ਪੈਂਦਾ, ਉਹ ਕਹਿੰਦੇ ਜਿੰਨੀ ਚੀਜ਼ ਕੋਈ ਕੀਮਤੀ ਹੋਵੇ ਉਹਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ, ਉਹਨਾਂ ਤੇ ਜ਼ਿਆਦਾ ਉਹਨਾਂ ਨੂੰ ਠੱਗਣ ਵਾਲੇ ਵੀ ਆਉਂਦੇ ਨੇ। ਸੋ ਇਸੇ ਤਰ੍ਹਾਂ ਕਿਉਂਕਿ ਗੁਰਬਾਣੀ ਬਹੁਤ ਕੀਮਤੀ ਹੈ, ਸਿੱਖ ਕੌਮ ਦੇ ਜਿਹੜੇ ਅਸੂਲ ਨੇ ਬੜੇ ਸੁਨਹਿਰੀ ਔਰ ਬੜੇ ਵਧੀਆ ਕੀਮਤੀ ਨੇ, ਇਹਨਾਂ ਵਿੱਚ ਰਲਗੜ ਪਾਉਣ ਦੀ ਲੋਕਾਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਦੱਸਿਆ ਕਿ ਉਹ ਇਹ ਕਿਵੇਂ ਹੋ ਸਕਦਾ ਬਈ ਗੁਰੂ ਸਾਹਿਬ ਜੀ ਨੇ ਲੰਗਰ ਨੂੰ ਪ੍ਰੈਫਰੈਂਸ ਦਿੱਤੀ ਹੈ, ਮਤਲਬ ਇਹੋ ਜਿਹੀਆਂ ਕਈ ਗੱਲਾਂ ਜਿਹੜੀਆਂ ਨੇ ਉਹ ਜੁੜੀਆਂ। ਤੋ ਗਿਆਨੀ ਜੀ ਦਾ ਧੰਨਵਾਦ। ਔਰ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਹੈ ਅਸੀਂ ਹੁਕਮ ਕਰਕੇ ਮੰਨਣਾ, ਇਹਦੇ ਬਾਰੇ ਕੋਈ ਕਿਹਾ ਨਹੀਂ ਜਾ ਸਕਦਾ ਵੀ ਕਿਉਂ। ਵੈਸੇ ਵੀ ਬਾਣੀ ਬਾਰੇ ਗੁਰੂ, ਕਿਉਂਕਿ ਇਹ ਬਾਣੀ ਅਕਾਲ ਪੁਰਖ ਧੁਰ ਕੀ ਬਾਣੀ ਹੈ, ਇਹਦੇ ਬਾਰੇ ਕਿੰਤੂ ਪਰੰਤੂ ਕਿਉਂ ਕੀ ਜਿਹੜਾ ਉਹ ਲਫ਼ਜ਼ ਆਪਾਂ ਨਹੀਂ ਵਰਤ ਸਕਦੇ। ਤੋ ਜਿਤਨਾ ਕੁਛ ਗਿਆਨੀ ਜੀ ਨੇ ਵੀ ਪਤਾ ਜਾਂ ਆਪਣੀ
ਪੈਨਲ ਦੀ ਮੀਟਿੰਗ 'ਚ ਵੀ ਗੱਲ ਕੀਤੀ ਸੀਗੀ। ਸੋ ਜਿਹੜੀ ਗੱਲ ਸਾਹਮਣੇ ਆ ਸਕੀ ਹੈ ਉਹ ਆਪ ਜੀ ਨੂੰ ਦੱਸ ਦਿੱਤੀ ਗਈ ਹੈ। ਔਰ ਫਿਰ ਬੇਨਤੀ ਕਰਦੇ ਹਾਂ ਬਈ ਇਹ ਨਹੀਂ ਅਸੀਂ ਕਹਿੰਦੇ ਕਿ ਬਿਲਕੁਲ ਠੀਕ ਹੈ, ਸਤਿਗੁਰੂ ਜੀ ਜਾਣਦੇ ਨੇ ਔਰ ਹੋਰ ਬੜੇ ਬੜੇ ਵਿਦਵਾਨ ਨੇ ਜਿਹੜੇ ਇਹਦੇ ਬਾਰੇ ਖੋਜ ਕਰ ਸਕਦੇ ਹੋਣਗੇ, ਪਰ ਜੋ ਕੁਝ ਸਾਨੂੰ ਪਤਾ ਸੀ ਤੁਹਾਡੇ ਸਾਹਮਣੇ ਦਿੱਤਾ, ਔਰ ਇਸ ਕਰਕੇ ਸਾਨੂੰ ਖਿਮਾ ਕਰਨਾ। ਟੀਪੀ ਸਿੰਘ ਜੀ, ਧੰਨਵਾਦ। ਅਗਲਾ ਸਵਾਲ ਹੈ ਵੀਰ ਪਰਮਪਾਲ ਸਿੰਘ ਜੀ ਕੈਲੀਫੋਰਨੀਆ ਤੋਂ। ਤੋ ਸਵਾਲ ਮੈਂ ਪਹਿਲੇ ਪੜ੍ਹ ਦੇਣਾ। ਉਹ ਕਹਿੰਦੇ ਨੇ ਕਿ ਬੇਨਤੀ ਹੈ ਕਿ ਬੇਗਮਪੁਰਾ ਇੱਕ ਕਲਪਨਾ ਲੱਗਦੀ ਹੈ। ਜੇ ਕਲਪਨਾ ਕਰਨ ਵਾਲੇ ਦੀ ਬੇਨਤੀ ਸੁਣ ਪਰਮੇਸ਼ਰ ਬਣਾਉਣਾ ਚਾਹੇ ਤਾਂ ਉਸ ਦੀ ਸ਼ੁਰੂਆਤ ਕਿੱਥੋਂ ਅਤੇ ਕਿਵੇਂ ਹੋਣੀ ਚਾਹੀਦੀ ਹੈ। ਇਹ ਦੋ ਗੱਲਾਂ ਨੇ ਕਿ ਸ਼ੁਰੂਆਤ ਕਿੱਥੋਂ ਤੇ ਕਿਵੇਂ ਹੋਣੀ ਚਾਹੀਦੀ ਹੈ। ਤਾਂ ਮੈਂ ਬੇਨਤੀ ਕਰਦੇ ਹਾਂ ਸਭ ਤੋਂ ਪਹਿਲਾਂ ਤੇ ਇਹ ਜਿਹੜਾ ਸ਼ਬਦ ਦਾ ਉਚਾਰਨ ਹੈ ਨਾ ਅੱਖਰ ਦਾ ਜੀ, ਇਹ ਬੇਗਮਪੁਰਾ ਲਫ਼ਜ਼ ਹੈ, ਕਿਉਂਕਿ ਆਮ ਤੌਰ ਤੇ ਅਸੀਂ ਸਾਡੇ ਮੂੰਹੋਂ ਬੇਗਮਪੁਰਾ ਨਿਕਲ ਜਾਂਦਾ ਹੈ, ਔਰ ਕਈ ਵਾਰੀ ਸੁਣਦੇ ਹਾਂ ਵੀ ਕੀਰਤਨ ਕਰਨ ਲੱਗਿਆ ਵੀ ਜਾਂ ਵੈਸੇ ਵੀ ਬੇਗਮਪੁਰਾ ਲਫ਼ਜ਼ ਹੈ ਬੇਗਮਪੁਰਾ, ਕਿਉਂਕਿ ਗਮ ਚਿੰਤਾ ਤੇ ਬੇਗਮ ਉਹਦਾ ਅਗੇਤਰ ਲੱਗਿਆ ਬੇ, ਇਹਦਾ ਮਤਲਬ ਚਿੰਤਾ ਰਹਿਤ। ਤੋ ਬੇਗਮਪੁਰਾ ਜਿਹੜਾ ਹੈ ਇਹ ਭਗਤ ਰਵਿਦਾਸ ਜੀ ਦੀ ਗੌੜੀ ਰਾਗ ਵਿੱਚ ਬਾਣੀ ਹੈ। ਸ਼ਹਿਰ ਕੋ ਨਾਮ, ਉਹਨਾਂ ਨੇ ਇੱਕ ਸ਼ਹਿਰ ਦੀ ਕਲਪਨਾ ਕੀਤੀ ਹੈ ਸਿਰਫ ਅਸਾਂ ਜਗਿਆਸੂਆਂ ਨੂੰ ਸਮਝਾਉਣ ਲਈ। ਗੁਰਬਾਣੀ ਦੇ ਵਿੱਚ ਬਹੁਤ ਸਾਰੀਆਂ ਸਿਮਲੀਆਂ ਉਦਾਹਰਣਾਂ ਦਿੱਤੀਆਂ ਨੇ ਔਰ ਕਈ ਤਰ੍ਹਾਂ ਦੀ ਇਮੈਜੀਨੇਸ਼ਨ ਕ੍ਰੀਏਟ ਕੀਤੀ ਹੈ ਤਾਂ ਜੇ ਜਗਿਆਸੂ ਨੂੰ ਗੱਲ ਸਮਝ ਆ ਜਾਏ। ਤਾਂ ਮੈਂ ਦੂਜੀ ਬੇਨਤੀ ਕਰਦੇ ਹਾਂ ਕਿ ਇਹ ਬੇਗਮਪੁਰਾ ਕੋਈ ਸ਼ਹਿਰ ਪਿੰਡ ਗ੍ਰਾਂ ਏਰੀਆ ਨਹੀਂ ਹੈ। ਜਿਸ ਤਰ੍ਹਾਂ ਆਪਾਂ ਕਹਿੰਦੇ ਸੱਚਖੰਡ ਵਸੈ ਨਿਰੰਕਾਰ, ਤਾਂ ਸੱਚਖੰਡ ਕੋਈ ਏਰੀਆ, ਕੋਈ ਰੀਜਨ, ਕੋਈ ਕੰਟਰੀ ਨਹੀਂ ਹੈ, ਇੱਕ ਆਤਮਿਕ ਅਵਸਥਾ ਹੈ। ਇਸੇ ਤਰ੍ਹਾਂ ਬੇਗਮਪੁਰਾ ਜਿਹੜੀ ਹੈ ਉਹ ਆਤਮਿਕ ਅਵਸਥਾ ਹੈ। ਜਿਹੜਾ ਮਨੁੱਖ ਮਾਇਆ ਦੇ ਤਿੰਨ ਗੁਣੀ ਪ੍ਰਭਾਵਾਂ ਤੋਂ ਅੱਗੇ ਨਿਕਲ ਜਾਂਦਾ ਹੈ, ਰਜੋਗੁਣ, ਤਮੋਗੁਣ, ਸਤੋਗੁਣ, ਉਹਨਾਂ ਦੀ ਪਕੜ ਤੋਂ ਉੱਪਰ ਨਿਕਲ ਕੇ ਅਗਰ ਉਹ ਚੌਥੀ ਅਵਸਥਾ ਵਿੱਚ, ਜਿਹਨੂੰ ਤੁਰਿਆ ਪਦ ਕਹਿੰਦੇ ਨੇ, ਸਹਿਜ ਅਵਸਥਾ ਕਹਿੰਦੇ ਨੇ, ਉਹਦੇ ਵਿੱਚ ਪਹੁੰਚ ਜਾਂਦਾ ਹੈ ਤਾਂ ਉਹਦਾ ਜੀਵਨ ਜਿਹੜਾ ਹੈ ਉਹ ਬੜਾ ਬੇਗਮ ਹੁੰਦਾ ਹੈ, ਕੇਅਰ ਫ੍ਰੀ ਜੀਵਨ। ਉਹਨੂੰ ਕੋਈ ਕਿਸੇ ਕਿਸਮ ਦਾ ਕੋਈ ਫਿਕਰ ਨਹੀਂ ਹੁੰਦਾ ਕਿ ਮੇਰੀ ਮੌਤ ਕਦ ਆਉਣੀ ਹੈ। ਉਹਨੂੰ ਕੋਈ ਫਿਕਰ ਨਹੀਂ ਕਿ ਮੈਂ ਹੁਣ ਬੈਠਾ ਕੱਲ ਕੀ ਹੋਣਾ, ਕੋਈ ਫਿਕਰ ਨਹੀਂ। ਉਹਨੂੰ ਕੋਈ ਫਿਕਰ ਨਹੀਂ ਕਿ ਕੀ ਚੀਜ਼ ਹੋਏਗੀ। ਕਿਉਂਕਿ ਗੁਰਬਾਣੀ ਵਿੱਚ ਹਰ ਚੀਜ਼ ਬੜੀ ਕਲੀਅਰ ਸਾਨੂੰ ਦਿੱਤੀ ਹੈ, ਪਰ ਅਸੀਂ ਮਾਇਆ ਦੀ ਪਕੜ ਵਿੱਚ ਏਡੇ ਹਾਂ ਕਿ ਬਾਣੀ ਪੜ੍ਹ ਕੇ ਸਮਝ ਕੇ ਵੀ ਅਸੀਂ ਉੱਤੇ ਚੱਲ ਨਹੀਂ ਸਕਦੇ। ਸਾਡੀ ਆਤਮਿਕ ਅਵਸਥਾ ਉਹ ਜੀ ਬਣਦੀ ਨਹੀਂ, ਕਿਉਂਕਿ ਅਸੀਂ ਮਾਇਆ ਦੇ ਜਕੜ ਵਿੱਚ ਬਹੁਤ ਆਏ ਹਾਂ। ਤੇ ਜਿਹੜੇ ਲੋਕ, ਜਿਹੜੇ ਵਡਭਾਗੀ ਮਨੁੱਖ ਜਿਹੜੇ ਨੇ, ਉਹ ਇਹਨਾਂ ਤਿੰਨਾਂ ਅਵਸਥਾ ਤੋਂ ਉੱਪਰ ਚਲੇ ਜਾਂਦੇ ਨੇ, ਉਹ ਤੁਰਿਆ ਪਦ ਵਿੱਚ ਪਹੁੰਚ ਜਾਂਦੇ ਨੇ। ਉਹਨੂੰ ਕਿਸੇ ਕਿਸਮ ਦਾ ਕੋਈ ਗਮ ਨਹੀਂ ਵੀ ਕੀ ਹੋਣਾ, ਕੀ ਹੋਇਆ, ਕਿਸੇ ਕਿਸਮ। ਉਹਨਾਂ ਨੂੰ ਪਤਾ ਜੋ ਤੁਧ ਭਾਵੈ ਸਾਈ ਭਲਿਕਾ। ਉਹਨਾਂ ਨੂੰ ਸਭ ਕੁਝ ਇਹ ਮਨ 'ਚ ਪੱਕਾ ਵਿਸ਼ਵਾਸ ਹੋ ਜਾਂਦਾ ਹੈ। ਦੇਖੋ ਪੜ੍ਹਦੇ ਤਾਂ ਆਪਾਂ ਵੀ ਹਾਂ ਕਿ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਪਰ ਆਇਆ ਕਿੰਨਾ ਹੁਕਮ ਵਿੱਚ ਚੱਲਦੇ ਹਾਂ ਇਹ ਵੀ ਸਾਨੂੰ ਪਤਾ ਹੀ ਹੈ। ਇਹੀ ਕਾਰਨ ਹੈ ਕਿ ਬਾਣੀ ਪੜ੍ਹਨੀ ਵੀ ਹੈ, ਸਮਝਣੀ ਵੀ ਹੈ, ਜੇਕਰ ਉਹਨੂੰ ਅਪਲਾਈ ਨਹੀਂ ਕਰਨਾ ਜੀਵਨ 'ਚ ਤਾਂ ਉਹਦਾ ਰਿਜ਼ਲਟ ਨਿਕਲਦਾ ਹੈ ਕਿ ਸਾਡੇ ਦੁੱਖ, ਤਕਲੀਫਾਂ, ਕਲੇਸ਼ ਕਦੀ ਵੀ ਖਤਮ ਨਹੀਂ ਹੁੰਦੇ। ਸਾਰੀ ਉਮਰ ਲੰਘ ਗਈ ਦੁੱਖਾਂ, ਤਕਲੀਫਾਂ, ਕਲੇਸ਼ਾਂ 'ਚ, ਖਤਮ ਨਹੀਂ ਹੁੰਦੀਆਂ। ਉਹਦਾ ਕਾਰਨ ਇਹ ਹੈ ਕਿ ਜਿੰਨਾ ਚਿਰ ਆਪਾਂ ਹੁਕਮ ਰਜ਼ਾਈ ਨਹੀਂ ਬਣਦੇ ਉਹਨਾਂ ਚਿਰ ਗੱਲ ਨਹੀਂ ਬਣਦੀ। ਤਾਂ ਇੱਕ ਆਤਮਿਕ ਅਵਸਥਾ ਹੈ ਕਿ ਜਿੱਥੇ ਕੋਈ ਪਹੁੰਚ ਜਾਏ ਇਸ ਉੱਚੀ ਅਵਸਥਾ ਵਿੱਚ, ਉਹ ਫਿਰ ਉਹਦੀ ਬੇਗਮਪੁਰਾ ਹੈ। ਬੇਗਮਪੁਰਾ ਸ਼ਹਿਰ ਕੋ ਨਾਮ। ਤੋ ਇਹਨਾਂ ਨੇ ਪੁੱਛਿਆ ਕਿੱਥੋਂ ਸ਼ੁਰੂ ਕੀਤੀ ਜਾਏ ਤੇ ਕਿਵੇਂ ਸ਼ੁਰੂ ਕੀਤੀ ਜਾਏ। ਕਿੱਥੋਂ ਦਾ ਤਾਂ ਮਤਲਬ ਸਿੱਧਾ ਹੀ ਹੈ ਕਿ ਇਹ ਸਾਨੂੰ ਹੋਰ ਕਿਤੋਂ ਨਹੀਂ, ਗੁਰਬਾਣੀ 'ਚ ਸੇਧ ਮਿਲਦੀ ਹੈ ਕਿ ਅਵਸਥਾ ਕਿੱਥੇ ਹੈ ਤੇ ਕਦੋਂ ਸ਼ੁਰੂ ਕੀਤੀ ਜਾਏ। ਇਹਦੇ ਲਈ ਕੋਈ ਮੁਹੂਰਤ ਨਹੀਂ ਹੈ। ਕਿ ਜਿਸ ਵੇਲੇ ਵੀ ਕੋਈ ਜਗਿਆਸੂ ਇਸ ਰਸਤੇ ਤੇ ਚੱਲਦਾ ਹੈ ਉਹ ਉਦਮ ਕਰੇ, ਹਾਂ ਮਿਲੇਗੀ ਉਸ ਵੇਲੇ ਜਿਸ ਸਤਿਗੁਰੂ ਦੀ ਬਖਸ਼ਿਸ਼ ਹੋਏਗੀ। ਜਿਸ ਵੇਲੇ ਜਿਵੇਂ ਆ ਕੇ ਨਾਨਕ ਨਦਰੀ ਨਦਰ ਨਿਹਾਲ, ਜਿਸ ਵੇਲੇ ਨਜ਼ਰੇ ਬਰਮਤ ਹੋਏਗੀ ਵਾਹਿਗੁਰੂ ਜੀ ਦੀ, ਫਿਰ ਜਿਸ ਤਰ੍ਹਾਂ 5 ਖੰਡਾਂ 'ਚ ਵੀ ਦੱਸਿਆ, ਜਿਸ ਵੇਲੇ ਮਨੁੱਖ ਕਰਮਖੰਡ ਦੀ ਅਵਸਥਾ 'ਚ ਪਹੁੰਚ ਜਾਂਦਾ ਹੈ, ਭਾਵ ਵਾਹਿਗੁਰੂ ਦੀ ਬਖਸ਼ਿਸ਼ ਦੀ ਅਵਸਥਾ 'ਚ ਪਹੁੰਚ ਜਾਂਦਾ ਹੈ, ਫਿਰ ਉਹ ਸੱਚਖੰਡ ਵਿੱਚ ਪ੍ਰਵੇਸ਼ ਕਰਦਾ ਹੈ, ਭਾਵ ਉਸ ਅਵਸਥਾ ਵਿੱਚ ਪ੍ਰਵੇਸ਼ ਕਰਦਾ ਹੈ। ਤਾਂ ਫਿਰ ਮੈਂ ਬੇਨਤੀ ਕਰਦੇ ਹਾਂ ਕਿ ਬੇਗਮਪੁਰਾ ਜਿਹੜਾ ਕੋਈ ਏਰੀਆ, ਕੋਈ ਸ਼ਹਿਰ, ਕੋਈ ਖਿੱਤਾ ਨਹੀਂ ਹੈ, ਆਤਮਿਕ ਅਵਸਥਾ ਹੈ। ਮਿਲੇਗੀ ਉਹਨੂੰ ਜਿਹੜਾ ਮਾਇਆ ਦੀ ਤ੍ਰਿਗੁਣੀ ਪ੍ਰਭਾਵਾਂ ਤੋਂ ਉੱਪਰ ਉੱਠ ਕੇ ਤੁਰਿਆ ਅਵਸਥਾ ਵਿੱਚ ਪਹੁੰਚ ਜਾਏ। ਤਾਂ ਇਹਦੇ ਬਾਰੇ ਮੈਂ ਵੀਰ ਜੀ ਨੂੰ ਬੇਨਤੀ ਕਰਾਂਗਾ, ਪਰਮਪਾਲ ਸਿੰਘ ਜੀ ਨੂੰ, ਵੀ ਜੇ ਉਹਨਾਂ 'ਚ ਕੋਈ ਹੋਰ ਵੀ ਕੋਈ ਖਿਆਲ ਹੋਣ, ਕਿਉਂਕਿ ਉਹ ਖੁਦ ਬੜੀ ਦੇਰ ਦੇ ਇਸ ਪਾਸੇ ਜੁੜੇ ਨੇ ਔਰ ਉਹ ਵੀ ਵਿਦਵਾਨ ਨੇ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਹਦੀ ਕਲੈਰੀਫਿਕੇਸ਼ਨ ਕਿਰਪਾ ਕਰਕੇ ਲਿਖ ਕੇ ਹੋਰ ਭੇਜ ਦੇਣ, ਜੋ ਕਿ ਸਾਡੇ ਸਮਝ ਆਈਏ ਆਪ ਜੀ ਦੇ ਸਾਹਮਣੇ ਰੱਖ ਦਿੱਤੀ ਹੈ। ਧੰਨਵਾਦ ਜੀ। तो आओ साथ संग जी, ते सा मनमोहन सिंह जी मैं बेनती करांगा
ਵੀ ਜੇ ਉਹ ਸਾਹਮਣੇ ਆਉਣ, ਜੇ ਆਵਾਜ਼ ਠੀਕ ਹੈ ਤੇ ਕਿਰਪਾ ਕਰਕੇ ਆਪਣਾ ਸਵਾਲ ਜਿਹੜਾ ਉਹਦਾ ਸੰਪੂਰਨ ਕਰ। ਸਾ ਮਨਮੋਹਨ ਸਿੰਘ ਜੀ। ਹਾਂਜੀ ਵੀਰ ਜੀ। ਜੀ ਮੇਰੀ ਆਵਾਜ਼ ਆ? ਹਾਂ ਆਵਾਜ਼ ਤੇ ਐਸੀ ਵੈਸੀ ਹੈ ਜੀ। ਵੈਸੇ ਮੇਰਾ ਬੇਨਤੀ ਹੈ ਵੀ ਤੁਸੀਂ ਅਗਰ ਹੈਲੋ। ਅਰਜੀਤ ਸਿੰਘ ਨੇ ਕਿਹਾ ਜੇਕਰ ਤੁਸੀਂ ਉਹ ਹਾਂਜੀ ਮੇਰੀ ਆਵਾਜ਼? ਹਾਂ ਹੁਣ ਕੁਝ ਠੀਕ ਹੈ ਜੀ। ਸੈੱਲ ਫੋਨ ਚੇਂਜ ਕਰੋ ਤਾਂ ਹੁਣ ਠੀਕ ਹੈ ਜੀ, ਕਰੋ ਭਲਾ। ਜੀ ਕੀ ਸਵਾਲ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਨਾਲ ਜੁੜਿਆ ਹੈ, ਜੋਤੀ ਜੋਤ ਸਮਾਉਣ ਦੇ ਨਾਲ, ਤੇ ਉਹਦੇ ਬਾਰੇ ਚ ਜੋ ਸਾਡੇ ਕੋਲ ਇਤਿਹਾਸਕ ਹਵਾਲੇ ਹਨ। 5 ਅਕਤੂਬਰ 1708 ਨੂੰ ਬਾਬਾ ਆਵਾਜ਼ ਕੱਟੀ ਜਾ ਰਹੀ ਹੈ ਮਨੋਹਰ ਸਿੰਘ। ਜਾਂ ਤੇ ਇਸ ਤਰ੍ਹਾਂ ਕਰੋ ਵੀ ਤੁਸੀਂ ਇਹਨੂੰ ਤੇ ਵਾਇਸ ਰਿਕਾਰਡ ਕਰਕੇ ਤੇ ਅਸੀਂ ਅਗਲਾ ਸਵਾਲ ਕਰਦੇ ਹਾਂ। ਜਦ ਤੱਕ ਤੁਸੀਂ ਵਾਇਸ ਰਿਕਾਰਡਿੰਗ ਕਰ ਲਓ ਤੇ ਉਹ ਵਾਇਸ ਰਿਕਾਰਡਿੰਗ ਤੁਸੀਂ ਸਾਹਮਣੇ ਕਰ ਦੇਣਾ ਤੇ ਸ਼ਾਇਦ ਸਾਨੂੰ ਜ਼ਿਆਦਾ ਸਮਝ ਆ ਜਾਏ। ਅਸੀਂ ਜਦ ਤੱਕ ਅਗਲਾ ਸਵਾਲ ਕਰਦੇ ਹਾਂ ਤੁਸੀਂ ਕਿਰਪਾ ਕਰਕੇ ਇਹਨੂੰ ਵਾਇਸ ਰਿਕਾਰਡਿੰਗ ਕਰ ਲਓ। ਸਾ ਮਨਮੋਹਨ ਸਿੰਘ। ਤੋ ਅਗਲੇ ਸਵਾਲ ਨਾਲ ਚੱਲਦੇ ਹਾਂ ਸਾਧ ਸੰਗਤ ਜੀ। ਜਿਸ ਤਰ੍ਹਾਂ ਗੁਰਬਾਣੀ ਦੇ ਉਚਾਰਨ ਬਾਰੇ ਜਾਂ ਇਤਿਹਾਸ ਬਾਰੇ ਸਾਨੂੰ ਬਹੁਤ ਸਾਰੇ ਤੌਖਲੇ ਲੱਭਦੇ ਨੇ, ਇਸੇ ਤਰ੍ਹਾਂ ਸਾਡੀ ਜਿਹੜੀ ਜੀਵਨ ਜਾਂਚ ਹੈ ਉਹਦੇ ਬਾਰੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ, ਔਰ ਕਈ ਤਰ੍ਹਾਂ ਦੇ ਭਰਮ ਵਹਿਮ ਪਾਏ ਜਾਂਦੇ ਨੇ। ਹਾਲਾਂਕਿ ਗੁਰਬਾਣੀ ਵਿੱਚ ਔਰ ਰਹਿਤ ਬਰਹਿਤ ਸਾਰੀਆਂ ਗੱਲਾਂ ਸਪਸ਼ਟ ਨੇ, ਪਰ ਫਿਰ ਵੀ ਕਈ ਗੱਲਾਂ ਜਿਹੜੀਆਂ ਨੇ ਉਹ ਵੱਖ-ਵੱਖ ਸੰਪਰਦਾ ਔਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਾਡੇ ਵੀਰ ਭੈਣਾਂ ਨੇ ਉਹ ਕੋਈ ਸੁਣੀ ਸੁਣਾਈ ਗੱਲ, ਕੋਈ ਮਨ ਘੜਤ ਗੱਲ ਲਿਆ ਕੇ ਤੇ ਉਹਦੇ 'ਚ ਬਹੁਤ ਸਾਰਾ ਕਨਫਿਊਜ਼ਨ ਪੈਦਾ ਹੋ ਜਾਂਦਾ ਹੈ। ਤੋ ਹੁਣ ਇੱਕ ਸਵਾਲ ਆਇਆ, ਸਰ ਜਗਦੇਵ ਸਿੰਘ ਜੀ ਨੇ ਭੇਜਿਆ ਲੁਧਿਆਣਾ ਤੋਂ। ਉਹਦੇ ਵਿੱਚ ਸਵਾਲ ਦੀਆਂ ਤੇ ਉਹ ਬੜਾ ਲੰਬਾ ਹੈਗਾ, ਮੈਂ ਇਸ ਕਰਕੇ ਸਮੇਂ ਦੀ ਥੋੜ੍ਹ ਕਰਕੇ ਸਾਰਾ ਸਵਾਲ ਨਹੀਂ ਪੜ੍ਹ ਸਕਦਾ, ਪਰ ਉਹਦੇ 'ਚ ਮੇਨ ਗੱਲ ਉਹਨਾਂ ਪੁੱਛੀ ਹੈ ਕਿ ਆਪਾਂ ਨੌਨ ਵੈਜ ਜਿਹੜਾ ਮਾਸ ਖਾ ਸਕਦੇ ਹਾਂ ਕਿ ਨਹੀਂ। ਇਹਦੇ ਮੈਂ ਬੇਨਤੀ ਕਰਾਂਗਾ ਵੀਰ ਤਜਿੰਦਰ ਸਿੰਘ ਜੀ ਨੂੰ, ਉਹ ਕਿਰਪਾ ਕਰਕੇ ਇਹਦਾ ਉੱਤਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜਗਜੀਤ ਸਿੰਘ ਜੀ, ਆਪ ਜੀ ਗੁਰਮਤਿ ਨਾਲ ਬੜੀ ਕਾਫੀ ਦੇਰ ਤੋਂ ਜੁੜੇ ਹੋਏ ਹੋ। ਅਸੀਂ ਜੋ ਕਿਸੇ ਵੀ ਜਿਹੜੀ ਸਵਾਲ ਦਾ ਨਿਰਣਾ ਕਰਨਾ ਹੁੰਦਾ ਹੈ ਜਾਂ ਤੇ ਗੁਰਬਾਣੀ ਅਨੁਸਾਰ ਹੁੰਦਾ ਹੈ, ਤੇ ਜੇ ਰਹਿਤ ਮਰਿਆਦਾ ਦੇ ਨਾਲ ਸੰਬੰਧਿਤ ਹੈ ਤੇ ਜੋ ਸਿੱਖ ਰਹਿਤ ਮਰਿਆਦਾ ਪ੍ਰਵਾਨਿਤ ਹੈ, ਪੰਥ ਪ੍ਰਵਾਨਿਤ ਹੈ, ਉਸ ਦੇ ਵਿੱਚੋਂ ਹੀ ਅਸੀਂ ਇਸਦਾ ਜਵਾਬ ਲਾ ਸਕਦੇ ਹਾਂ। ਹਾਂ, ਇਹ ਵੀ ਸੱਚ ਹੈ ਵੀ ਕਈ ਜਗ੍ਹਾ ਦੇ ਉੱਪਰ ਇਸ ਰਹਿਤ ਮਰਿਆਦਾ ਨੂੰ ਪੂਰੀ ਤਰ੍ਹਾਂ ਫੋਲੋ ਨਹੀਂ ਕੀਤਾ ਜਾ ਰਿਹਾ। ਜਿਵੇਂ ਆਪ ਜੀ ਨੇ ਕੁਛ ਹੈਦਰਾਬਾਦ ਦੇ ਐਗਜ਼ਾਮਪਲ ਜਾਂ ਕਿਸੇ ਹੋਰ ਗੁਰਦੁਆਰੇ ਦੇ ਸਥਾਨ ਦੇ ਵੀ ਐਗਜ਼ਾਮਪਲ ਦਿੱਤੇ ਹਨ। ਤੋ ਜਿੱਥੇ ਤੱਕ ਤੁਹਾਡਾ ਸਵਾਲ ਹੈ ਮਾਸ ਖਾਣ ਦੇ ਬਾਰੇ, ਤੋ ਸਾਨੂੰ ਜੋ ਤਾਕੀਦ ਹੈ, ਜੋ ਸਾਨੂੰ ਇੰਸਟਰਕਸ਼ਨ ਦਿੱਤੀਆਂ ਹਨ ਸਿੱਖ ਰਹਿਤ ਮਰਿਆਦਾ ਅੰਦਰ, ਉਹ ਜਿੱਥੇ ਸਾਨੂੰ 4 ਕੁਰੈਤਾਂ ਦੱਸੀਆਂ ਹਨ, ਉਹਦੇ ਵਿੱਚ ਜੋ ਪਹਿਲੀ ਦੱਸੀ ਹੈ ਕੇਸਾਂ ਦੀ ਬੇਅਦਬੀ, ਦੂਸਰੇ ਨੰਬਰ ਤੇ ਕੁੱਠਾ ਖਾਣਾ, तीसरा पर स्त्री या पर पुरुष का गमन भोगना, चौथा तंबाकू का वरतना। तो ये जो कुठा खाने की गल जी है, मांस की खाने की गल है, इनू सिख रहत मरिਆਦਾ अंदर कुठा खाना दे विच दर्ज किया गया कि वो मांस जो मुसलमानी तरीके दे नाल उन्हां दी आयतां पढ़ के तैयार किया जाता है, उसनू खाण दा सानू जिहड़ा है वो हुक्म नहीं है। तो इन्नी को असी इस बारे विचार कर सकते हाँ। बाकी किसी जगह के उपर कोई गलत तरीका हो रहा है तो जिवें मैं बेनती की है कि वो श्री अकाल तख्त साहब के उपर जो है इशू ले जा करके उसमें कोई निर्णय जो करवाया जा सकता है। आस है आप जी को यह गल जो है प्रवान होगी। वाहिगुरू जी का खालसा, वाहिगुरू जी की फतेह। और गुरु नानक पातशाह जी ने तो बड़ा स्पष्ट लिखिया, आप पढ़ते हैं कि बाबा होर खाना खुशी खुआर, जित खाधे तन पीड़िया मन में चले विकार। ये सोचना भी किहड़ी चीज़ सानू सूट करती है कि नहीं। कुछ गल्लां जिहड़ियां समाजिक बंदिश हुंदियां ने, कुछ गल्लां जिहड़ियां ने साडी कौमीयत नाल मेल नहीं खांदियां, उन्हां गल्लां दा ध्यान रखना चाहिए। और इहदे च मैं एक बेनती करदे हां कि इन्हां ने शायद विच लिखिआ कि जिस वेले अंम੍ਰਿਤਪਾਨ कीता तां उस वेले 5 प्यारिਆਂ ने कहा भी तुसीं कुट्ठा नहीं खाना, ते नाल ये लिखिआ उन्हां ने कि दूसरी तरह दा खा लेना। मैं इत्थे एक बेनती करनी चाहना, ये मेरी पर्सनल राय है, गलत है ठीक है, संगत ने फैसला करना। मैं बेनती करदा कि जेकर कोई मैनू सज्जन आखे बई तू भाई अमृतसर नहीं जाना
ਤੇ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਮੈਂ ਆਪਣੇ ਆਪ ਨੂੰ ਮੈਂ ਲਾਹੌਰ ਜਾਣਾ, ਉਹਨੇ ਮੈਨੂੰ ਕਿਹਾ ਅੰਮ੍ਰਿਤਸਰ ਨਹੀਂ ਜਾਣਾ, ਤੇ ਉਹਦਾ ਆਪਾਂ ਨਾਲ ਅਰਥ ਕੱਢ ਲਈਏ ਵੀ ਉਹਨੇ ਕਿਹਾ ਅੰਮ੍ਰਿਤਸਰ ਨਹੀਂ ਜਾਣਾ ਤਾਂ ਲਾਹੌਰ ਜਾ ਸਕਦੇ। ਇਸ ਕਰਕੇ ਜੋ ਸਿੱਖ ਰਹਿਤ ਮਰਿਆਦਾ, ਜਿਵੇਂ ਵੀਰ ਤਜਿੰਦਰ ਸਿੰਘ ਜੀ ਦੱਸਿਆ, ਜੋ ਮਰਿਆਦਾ 'ਚ ਲਿਖਿਆ ਸਾਨੂੰ ਉਹਦੇ ਫਰੇਮਵਰਕ ਦੇ ਵਿੱਚ ਹੀ ਰਹਿਣਾ ਚਾਹੀਦਾ। ਸਿੱਖ ਰਹਿਤ ਮਰਿਆਦਾ 'ਚ ਬੜਾ ਸਪਸ਼ਟ ਲਿਖਿਆ ਕਿ ਕੁੱਠਾ ਨਹੀਂ ਖਾਣਾ, ਉੱਥੇ ਕਿਤੇ ਨਹੀਂ ਲਿਖਿਆ ਕਿ ਤੁਸੀਂ ਦੂਸਰੀ ਤਰ੍ਹਾਂ ਦਾ ਖਾ ਲੈਣਾ, ਇਹ ਤੇ ਲਫ਼ਜ਼ ਲਿਖਿਆ ਨਹੀਂ ਹੈ। ਪਰ ਜੇ ਕੋਈ ਕਹਿੰਦਾ ਵੀ ਹੈ ਤੇ ਕਿਰਪਾ ਕਰਕੇ ਰਹਿਤ ਮਰਿਆਦਾ ਨੂੰ ਦੁਬਾਰਾ ਪੜ੍ਹ ਲਿਆ ਜਾਏ, ਉਹਦੇ ਤੇ ਆਪਾਂ ਅਕੀਦਾ ਰੱਖੀਏ, ਤੋ ਆਪਣੇ ਕੋਲੋਂ ਨਾ ਬਣਾ ਲਈਏ ਵੀ ਜੇ ਉਹਨੇ ਕਿਹਾ ਕੁੱਠਾ ਨਹੀਂ ਖਾਣਾ ਤੇ ਇਹਦਾ ਮਤਲਬ ਦੂਜਾ ਖਾ ਲੈਣਾ। ਤੇ ਇਹ ਕੋਈ ਐਸੀ ਗੱਲ ਜਿਹੜੀ ਹੈ, ਇਹ ਮੇਰੇ ਜ਼ਾਤੀ ਰਾਏ ਹੈ, ਮੈਂ ਕੋਈ ਇਹ ਨਹੀਂ ਕਹਿ ਰਿਹਾ, ਮੈਂ ਪਹਿਲੇ ਮਾਫੀ ਮੰਗ ਕੇ ਕਿਹਾ ਕਿ ਮੇਰੀ ਜ਼ਾਤੀ ਰਾਏ ਇਸ ਤਰ੍ਹਾਂ। ਇਹਦੇ ਬਾਰੇ ਤੁਹਾਡਾ ਕੋਈ ਵਿਚਾਰ ਹੋਵੇ ਤਾਂ ਤੁਸੀਂ ਬੇਸ਼ੱਕ ਕਰੋ। ਵੀਰ ਤਜਿੰਦਰ ਸਿੰਘ ਜੀ, ਅਗਰ ਤੁਸੀਂ ਇਹਦੇ 'ਚ ਕੋਈ ਐਡੀਸ਼ਨ ਕਰਨਾ ਚਾਹੋ ਵੀ ਇਹ ਵਿਚਾਰ ਕਿਸ ਤਰ੍ਹਾਂ। ਹਾਂਜੀ, ਮੈਂ ਇਹਦੇ 'ਚ ਐਡ ਕਰਨਾ ਚਾਹੁੰਦਾ ਹਾਂ ਕਿ ਜਿਵੇਂ ਉਹਨਾਂ ਨੇ ਕਿਹਾ ਕਿ ਪੰਜ ਪਿਆਰੇ ਸਾਹਿਬਾਨ ਨੇ ਤੁਹਾਨੂੰ ਇਹ ਕਿਹਾ ਹੈਗਾ ਕਿ ਤੁਸੀਂ ਨਾਨ ਵੈਜ ਖਾ ਸਕਦੇ ਹੋ ਪਰ ਕੁੱਠਾ ਨਹੀਂ ਖਾ ਸਕਦੇ ਹੈ। ਇਹ ਕੋਈ ਐਕਸਪਲੇਨੇਸ਼ਨ ਸਿੱਖ ਰਹਿਤ ਮਰਿਆਦਾ ਅੰਦਰ ਦੇ ਨਹੀਂ ਦਿੱਤੀ ਹੋਈ। ਜਿਹੜੇ ਵੀ ਪੰਜ ਪਿਆਰੇ ਸਿੰਘ ਜਿਹੜੇ ਅੰਮ੍ਰਿਤ ਛਕਾਉਣ ਦੀ ਸੇਵਾ ਨਿਭਾਉਂਦੇ ਹਨ, ਉਹ ਵੀ ਬੰਨੇ ਹੋਏ ਹਨ ਕਿ ਉਹ ਕੇਵਲ ਸਿੱਖ ਰਹਿਤ ਮਰਿਆਦਾ ਜੋ ਪੰਥ ਪ੍ਰਵਾਨਿਤ ਹੈ ਉਹਦੇ ਅਨੁਸਾਰ ਹੀ ਜਿਹੜੀ ਹੈ ਅੰਮ੍ਰਿਤ ਅਭਿਲਾਸ਼ੀਆਂ ਨੂੰ ਜਿਹੜੀ ਹੈ ਉਹ ਸਲਾਹ ਦੇ ਸਕਦੇ ਹਨ, ਉਹਨਾਂ ਨੂੰ ਇਸ ਬਾਰੇ ਦੱਸ ਸਕਦੇ ਹਨ। ਤੇ ਜੇ ਕੋਈ ਐਸਾ ਕਿਤੇ ਹੋਇਆ ਕਿ ਉਹਨਾਂ ਨੇ ਕੀਤਾ ਹੈ ਤੇ ਉਹ ਸਾਡੇ ਮੁਤਾਬਕ ਸਿੱਖ ਰਹਿਤ ਮਰਿਆਦਾ ਅਨੁਸਾਰ ਨਹੀਂ ਹੈ, ਤੇ ਸਾਨੂੰ ਉਸ ਪਾਸੇ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਜੋ ਸਿੱਖ ਰਹਿਤ ਮਰਿਆਦਾ ਇਸ ਵਕਤ ਸਾਡੇ ਕੋਲ ਪ੍ਰਵਾਨਿਤ ਹੈ, ਸਾਨੂੰ ਉਹਦੇ ਮੁਤਾਬਕ ਹੀ ਚੱਲਣਾ ਚਾਹੀਦਾ ਹੈ। ਇਹ ਵਿਚਾਰ ਹੈ। ਬਾਕੀ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਬਾਰੇ ਤੁਸੀਂ ਕਿਹਾ ਕਿ ਉਹ 1299 ਅੰਕ ਦੇ ਉੱਤੇ ਮਾਸ ਕਰ ਮੂਰਖ ਝਗੜੇ ਦਿੱਤਾ ਹੈ, ਉਸ ਨੂੰ ਵੀ ਆਪ ਗੌਰ ਦੇ ਨਾਲ ਵਿਚਾਰ ਕਰ ਸਕਦੇ ਹੋ। ਤਾਂ ਸ਼ੁਕਰੀਆ ਵੀਰ ਤਜਿੰਦਰ ਸਿੰਘ ਜੀ। ਇਹ ਗੱਲ ਤੇ ਫਿਰ ਵੀਰ ਜੀ ਨੇ ਫਿਰ ਕਨਫਰਮ ਕਰ ਦਿੱਤੀ ਹੈ ਕਿ ਆਪਾਂ ਨੂੰ ਰਹਿਤ ਮਰਿਆਦਾ ਸਾਡੀ ਲਾਈਟ ਹਾਊਸ ਹੈ, ਉਹ ਸਾਡਾ ਮਾਰਗ ਦਰਸ਼ਕ ਹੈ। ਇਸ ਲਈ ਸਾਨੂੰ ਰਹਿਤ ਮਰਿਆਦਾ ਅਨੁਸਾਰ ਹੀ ਚੱਲਣਾ ਚਾਹੀਦਾ। ਜੇ ਅਸੀਂ ਆਪੋ ਆਪਣੀ ਵੱਖੋ ਵੱਖਰੀ ਰਾਏ ਦੇਵਾਂਗੇ ਤਾਂ ਉਹਦੇ ਨਾਲ ਤੇ ਕੰਮ ਜ਼ਿਆਦਾ ਗੜਬੜ ਹੋਏਗਾ। ਆਪਾਂ ਇੱਕ ਨਿਸ਼ਾਨ ਇੱਕ ਮਰਿਆਦਾ ਦੇ ਅਨੁਸਾਰ ਜੇ ਚੱਲਾਂਗੇ ਤੇ ਫਿਰ ਹੀ ਕੌਮ ਇਕੱਠੀ ਰਹਿ ਸਕਦੀ। ਤਾਂ ਉਮੀਦ ਹੈ ਜਿਨ੍ਹਾਂ ਦਾ ਇਸ ਦਾ ਜਗਦੇਵ ਸਿੰਘ ਦਾ ਸਵਾਲ ਹੈ, ਉਹਨਾਂ ਨੂੰ ਇਸ ਸਵਾਲ ਦਾ ਉੱਤਰ ਮਿਲ ਗਿਆ। ਅਗਰ ਫਿਰ ਵੀ ਉਹਨਾਂ ਦੀ ਕੋਈ ਇਹਦੇ 'ਚ ਰਹਿ ਗਈ ਹੋਏਗੀ ਗੱਲ ਤਾਂ ਕਿਰਪਾ ਕਰਕੇ ਉਹ ਦੁਬਾਰਾ ਲਿਖ ਸਕਦੇ ਨੇ। ਧੰਨਵਾਦ ਜੀ। ਤੋ ਆਓ ਸਾਧ ਸੰਗਤ ਜੀ, ਜਿਸ ਤਰ੍ਹਾਂ ਮੈਂ ਬੇਨਤੀ ਕਰ ਰਿਹਾ ਕਿ ਲੱਗਦਾ ਤੇ ਇੰਝ ਹੀ ਹੈ ਵੀ ਜਿਵੇਂ ਹਰ ਚੀਜ਼ ਦੇ ਵਿੱਚ ਹੀ ਸਾਨੂੰ ਉਲਝਾਇਆ ਜਾ ਰਿਹਾ। ਹੁਣ ਮਾਸ ਖਾਣ ਦੀ ਗੱਲ ਆ ਗਈ, ਇਸੇ ਤਰ੍ਹਾਂ ਕਿਤੇ ਉਚਾਰਨ ਦੀ ਗੱਲ ਆ ਗਈ ਹੈ, ਔਰ ਕਿਤੇ ਇਤਿਹਾਸ ਦੀ ਗੱਲ ਆ ਗਈ। ਤੋ ਹਰ ਗੱਲ ਵਿੱਚ ਉਲਝਾਇਆ ਜਾ ਰਿਹਾ। ਤੇ ਇੱਕ ਹੋਰ ਜਿਹੜਾ ਸਵਾਲ ਸਾਡੇ ਕੋਲ ਆਇਆ ਉਹ ਇਹ ਹੈ ਕਿ ਦੇਖੋ ਗੁਰਬਾਣੀ ਜਿਹੜੀ ਹੈ ਉਹ ਇੰਨੀ ਸਪਸ਼ਟ ਹੈ, ਔਰ ਇੰਨਾ ਦੇਖੋ 4 ਸਦੀਆਂ ਤੋਂ ਉੱਤੇ ਹੋ ਗਿਆ ਵੀ ਗੁਰਬਾਣੀ ਦਾ ਪ੍ਰਕਾਸ਼ ਹੋਇਆ, ਔਰ ਇਹਦੇ ਤੋਂ ਕਈ ਰੂਹਾਂ ਜਿਹੜੀਆਂ ਨੇ ਉਹ ਸਵਰੀਆਂ ਨੇ। ਪਰ ਫਿਰ ਵੀ ਸਾਡੇ ਮਨ 'ਚ ਕਈ ਲੋਕ ਜਿਹੜੇ ਖਿਆਲ ਪਾਉਂਦੇ ਨੇ, ਉਹਦਾ ਕਾਰਨ ਇਹ ਲੱਗਦਾ ਕਿ ਜਿਸ ਵੇਲੇ ਸਾਨੂੰ ਪੂਰੀ ਤਰ੍ਹਾਂ ਗਿਆਨ ਨਹੀਂ ਹੁੰਦਾ ਤੇ ਅਸੀਂ ਪ੍ਰਚਾਰ ਸ਼ੁਰੂ ਕਰ ਦਿੰਦੇ, ਉਹਦੇ ਨਾਲ ਸੰਗਤਾਂ ਨੂੰ ਅਸੀਂ ਕਈ ਵਾਰੀ ਭਰਮ ਭੁਲੇਖਿਆਂ 'ਚ ਪਾ ਦਿੰਦੇ। ਤਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਅਗਲਾ ਜਿਹੜਾ ਸਵਾਲ ਹੈ ਉਹ ਇਹ ਜਿਹੜਾ ਆਇਆ ਉਹ ਮੈਂ ਪੜ੍ਹ ਕੇ ਸੁਣਾ ਦੇਣਾ ਸਵਾਲ ਪਹਿਲੇ। ਕਈ ਸੱਜਣ ਵਿਚਾਰ ਕਰਦੇ ਹਨ ਕਿ ਸ਼ਲੋਕ ਮਹਿਲਾ 9 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1426 ਤੋਂ 1429 ਤੱਕ ਇਹ ਵੈਰਾਗਮਈ ਬਾਣੀ, ਕੀ ਇਹ ਬਾਣੀ ਵੈਰਾਗਮਈ ਹੈ ਕਿ ਚੜ੍ਹਦੀ ਕਲਾ ਦੀ ਬਾਣੀ? ਇਹ ਜਿਹੜਾ ਸਾਡੇ ਮਨ ਵਿੱਚ ਭੁਲੇਖਾ ਪਾਇਆ ਜਾ ਰਿਹਾ ਵੀ ਇਹ ਵੈਰਾਗਮਈ ਬਾਣੀ ਹੈ, ਇਹਦੇ ਬਾਰੇ ਕਿਰਪਾ ਕਰਕੇ ਮੈਂ ਪ੍ਰਿੰਸੀਪਲ ਸੁਰਿੰਦਰ ਸਿੰਘ ਨੂੰ ਕਹਾਂਗਾ ਬਈ ਉਹ ਇਹਦਾ ਉੱਤਰ ਦੇਣ। ਹਾਂਜੀ ਪ੍ਰਿੰਸੀਪਲ ਸੁਰਿੰਦਰ ਸਿੰਘ, ਆਵਾਜ਼ ਆ ਰਹੀ ਜੀ? ਹਾਂਜੀ ਆ ਰਹੀ ਹੈ ਜੀ। ਹਾਂਜੀ ਵੀਰ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸੰਬੰਧੀ ਕੇਵਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ ਸੰਬੰਧੀ ਨਹੀਂ, ਬਲਕਿ ਹੋਰ ਵੀ ਕਈ ਬਾਣੀਆਂ ਸੰਬੰਧੀ ਆਮ ਤੌਰ ਤੇ ਕਹਿ ਦਿੱਤਾ ਜਾਂਦਾ ਹੈ ਕਿ ਸੁਖਮਨੀ ਸਾਹਿਬ ਸੁੱਖ ਦੇਣ ਵਾਲੀ ਹੈ, ਆਸਾ ਦੀ ਵਾਰ ਆਸਾ ਦੀ ਇਛਾਵਾਂ ਪੂਰਨ ਕਰਨ ਵਾਲੀ ਹੈ, ਤੇ ਕਿਸੇ ਬਾਣੀ ਨੂੰ ਦੁੱਖ ਵਾਲੀ, ਕਿਸੇ ਬਾਣੀ ਨੂੰ ਸੁੱਖ ਵਾਲੀ, ਕਿਸੇ ਬਾਣੀ ਨੂੰ ਕੋਈ ਨਾਮ ਦਿੱਤਾ ਜਾ ਰਿਹਾ, ਕਿਸੇ ਬਾਣੀ ਕਿਰਪਾ ਕਰਨਾ ਜੀ ਆਪਣੇ ਮਾਈਕ ਦੇ ਲਾਗੇ ਹੋ ਜਾਓ, ਥੋੜੀ ਆਵਾਜ਼ ਵਿੱਚੋਂ ਘੱਟ ਆਉਂਦੀ। ਹੁਣ ਦੇਖੋ ਜੀ, ਆਵਾਜ਼ ਠੀਕ ਆ ਰਹੀ? ਹੁਣ ਠੀਕ ਹੈ। ਹਾਂਜੀ, ਮੈਂ ਬੇਨਤੀ ਕਰ ਰਿਹਾ ਸੀ ਕਿ ਬਾਣੀ ਸਾਰੀ ਜਿਹੜੀ ਹੈ ਉਹ ਤੁਰਕੀ ਬਾਣੀ ਹੈ, ਔਰ ਸਤਿਗੁਰੂ ਨੇ ਆਪ ਇਸ ਗੱਲ ਦਾ ਨਿਰਣਾ ਬਾਣੀ ਵਿੱਚ ਵਾਰ-ਵਾਰ ਕੀਤਾ ਹੈ
ਜਿਨੇ ਗੁਰੂ ਨਾਨਕ ਪਾਤਸ਼ਾਹ ਆਪ ਕਹਿੰਦੇ ਨੇ ਜੈਸੀ ਮੈਂ ਆਵੈ ਬਸਮੁਖ ਦੀ ਬਾਣੀ ਐਸਾ ਕਰੀ ਗਿਆਨ ਮੇ ਲਾ ਲੋ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਦਾਅਵਾ ਕੀਤਾ ਹੈ ਕਿ ਜੋ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ, ਜੋ ਬਾਣੀ ਨਾਨਕ ਨਾਮ ਥੱਲੇ ਹੈ, ਇਹ ਸਾਰੀ ਸੱਚੀ ਬਾਣੀ ਹੈ, ਧੁਰਤੀ ਬਾਣੀ ਹੈ। ਆਵੋ ਸਿੱਖ ਸਤਿਗੁਰੂ ਤੇ ਪਿਆਰਿਓ, ਗਾਵੋ ਸੱਚੀ ਬਾਣੀ। ਚੌਥੇ ਜਾਮੇ ਦੇ ਵਿੱਚ ਫਿਰ ਇਹ ਗੱਲ ਦ੍ਰਿੜ ਕਰਵਾਈ ਗਈ ਕਿ ਸਤਿਗੁਰੂ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਈ। ਤੇ ਪੰਜਵੇਂ ਪਾਤਸ਼ਾਹ ਹੁਣੇ ਪ੍ਰਮਾਣ ਵੀਰ ਅੰਮ੍ਰਿਤਪਾਲ ਸਿੰਘ ਜੀ ਵੱਡੇ ਵੀਰ ਜੀ ਨੇ ਬੋਲਿਆ ਸੀ, ਉਹ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਇੱਕ ਜਗ੍ਹਾ ਹੋਰ ਗੁਰੂ ਅਰਜਨ ਪਾਤਸ਼ਾਹ ਪ੍ਰਮਾਣ ਕਰਦੇ ਹਨ ਕਿ ਧੁਰਤੀ ਬਾਣੀ ਆਈ ਜਿਸ ਸਗਲੀ ਚਿੰਤ ਮਿਟਾਈ। ਇਸੇ ਤਰ੍ਹਾਂ ਨੌਵੇਂ ਪਾਤਸ਼ਾਹ ਜੀ ਨੇ ਵੀ ਇਹ ਗੱਲ ਦ੍ਰਿੜ ਕਰਵਾਈ ਹੈ ਕਿ ਜੈਸੋ ਗੁਰੂ ਉਪਦੇਸ਼ਿਆ ਮੈਂ ਤੈਸੋ ਕਹਿਆ ਪੁਕਾਰ, ਕਉ ਨਾਨਕ ਸੁਨਰੇ ਮਨਾ ਕਰ ਕੀਰਤਨ ਹੋਏ ਆਧਾਰ। ਜੇ ਥੋੜਾ ਬਹੁਤ ਅੱਗੇ ਪਿੱਛੇ ਲੱਗ ਜਾਓਗੇ ਤਾਂ ਮੈਂ ਮਾਫੀ ਮੰਗ ਲਵਾਂ। ਤੇ ਸਾਰੀ ਬਾਣੀ ਜਿਹੜੀ ਹੈ ਇਹ ਯਾਦ ਰੱਖਣਾ ਹੈ ਸਿੱਖ ਨੇ। ਬੜੇ ਵਿਦਵਾਨ ਸੱਜਣ ਇਹ ਗੱਲ ਕਹਿੰਦੇ ਹੁੰਦੇ ਨੇ ਕਿ ਇੱਕ ਓਂਕਾਰ ਦੀ ਵਿਆਖਿਆ ਪੂਰੇ ਮੂਲ ਮੰਤਰ ਵਿੱਚ ਕੀਤੀ ਗਈ ਹੈ, ਮੂਲ ਮੰਤਰ ਦੀ ਵਿਆਖਿਆ ਪੂਰੇ ਜਪਜੀ ਸਾਹਿਬ ਵਿੱਚ ਕੀਤੀ ਗਈ ਹੈ, ਤੇ ਜਪਜੀ ਸਾਹਿਬ ਦੀ ਵਿਆਖਿਆ ਦਾ ਹੀ ਪੂਰਾ ਰੂਪ ਸਾਖਸ਼ਾਤ ਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੰਪੂਰਨ ਬਾਣੀ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜੇ ਕੇਂਦਰੀ ਭਾਵ ਦੱਸਣ ਵਾਲੀ ਕੋਈ ਤੁਕ ਹੈ ਤਾਂ ਉਹ ਜਪਜੀ ਸਾਹਿਬ ਦੇ ਪਹਿਲੇ ਸਵਾਲਾਂ ਵਿੱਚ ਇਹ ਆ ਜਾਂਦਾ ਹੈ ਕਿ ਮਨੁੱਖਾ ਜੀਵਨ ਨੂੰ ਸਫਲ ਕਰਨ ਦੇ ਲਈ ਜੀਵ ਸੰਸਾਰ ਦੇ ਵਿੱਚ ਆਉਂਦਾ ਹੈ ਤੇ ਉਸ ਮਕਸਦ ਨੂੰ ਪੂਰਾ ਕਰਨ ਵਾਸਤੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਪਾਵਨ ਬਾਣੀ ਉਚਾਰਨ ਕੀਤੀ ਹੈ। ਪੂਰੀ ਦੀ ਪੂਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਉਹ ਕੇਂਦਰੀ ਭਾਵ ਅਸੀਂ ਕਹਿ ਸਕਦੇ ਹਾਂ, ਜਿੱਥੇ ਭਾਵੇਂ ਰਹਾਉ ਨਹੀਂ ਲਿਖਿਆ ਹੋਇਆ ਪਰ ਇਹ ਸਵਾਲ ਦੇ ਦੁਆਲੇ ਸਾਰੀ ਗੁਰਬਾਣੀ ਦੀ ਵਿਚਾਰਧਾਰਾ ਘੁੰਮਦੀ ਹੈ। ਕਿਵ ਸਚਿਆਰਾ ਹੋ ਗਿਆ, ਕਿਵ ਕੂੜਾ ਟੁੱਟਿਆ ਪਾਲ। ਨਾਲ ਹੀ ਉੱਤਰ ਵੀ ਦੇ ਦਿੱਤਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਤੋਂ ਬਾਣੀ ਦੀਆਂ ਵੱਖ-ਵੱਖ ਵੈਰਾਈਟੀਆਂ ਨਹੀਂ ਜਾਂ ਕੈਟਾਗਰੀਆਂ ਨਹੀਂ ਬਣਾਈਆਂ ਹੋਈਆਂ। ਸਾਰੀ ਬਾਣੀ ਜਿਵੇਂ ਇੱਕ ਮਿਸ਼ਰੀ ਦੀ ਡਲੀ ਹੱਥ ਵਿੱਚ ਚੱਕ ਲਈਏ ਤੇ ਉਹ ਡਲੀ ਨੂੰ ਕਿਸੇ ਪਾਸੇ ਤੋਂ ਜੀਭ ਨਾਲ ਟੱਚ ਕਰ ਲਈਏ, ਉਹ ਮਿੱਠਾ ਹੀ ਜਵਾਬ ਦੇਵੇਗੀ। ਇਸ ਲਈ ਕੋਈ ਬਾਣੀ ਸੁੱਖ ਜਾਂ ਦੁੱਖ ਦੇਣ ਵਾਲੀ ਨਹੀਂ, ਕੋਈ ਖੁਸ਼ੀ ਜਾਂ ਗਮੀ ਵਾਲੀ ਬਾਣੀ ਨਹੀਂ, ਜਾਂ ਕੋਈ ਤਿਆਗੀ ਜਾਂ ਬੈਰਾਗੀ ਬਣਾਉਣ ਵਾਲੀ ਬਾਣੀ ਨਹੀਂ, ਬਲਕਿ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਜੋ ਗੱਲ ਜ਼ਿੰਦਗੀ ਦੇ ਇਸ ਸਵਾਲ ਦਾ ਉੱਤਰ ਦਿੰਦੀ ਹੈ, ਜ਼ਿੰਦਗੀ ਦੇ ਇਸ ਮਕਸਦ ਨੂੰ ਪੂਰਾ ਕਰਦੀ ਹੈ ਕਿ ਕਿਵ ਸਚਿਆਰਾ ਹੋ ਗਿਆ ਹੈ, ਕਿਵ ਕੂੜੇ ਟੁੱਟੇ ਪਾਲ, ਉਹ ਸਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਨੂੰ ਇਸ ਆਤਮਾ ਨੂੰ ਪਰਮਾਤਮਾ ਨਾਲ ਅਭੇਦ ਕਰਨ ਦਾ ਢੰਗ ਹੀ ਦੱਸਦੀ ਹੈ। ਤਾਂ ਭਾਵੇਂ ਵੱਖ-ਵੱਖ ਬਾਣੀਆਂ ਦੇ ਵਿੱਚ ਰਹਾਉ ਦੀਆਂ ਤੁਕਾਂ ਵੱਖਰੀਆਂ ਵੱਖਰੀਆਂ ਦੇ ਗਈਆਂ ਨੇ, ਪਰ ਫਿਰ ਵੀ ਗੁਰੂ ਸਾਹਿਬਾਨ ਦੀ ਇੱਕ ਇੱਕ ਲਫ਼ਜ਼ ਉਹ ਭਾਵੇਂ ਭਗਤ ਸਾਹਿਬਾਨ ਦੀ ਬਾਣੀ ਹੈ, ਭਾਵੇਂ ਗੁਰਸਿੱਖਾਂ ਦੀ ਬਾਣੀ ਹੈ ਤੇ ਭਾਵੇਂ ਗੁਰੂ ਸਾਹਿਬਾਨ ਦੀ ਬਾਣੀ ਹੈ, ਉਸ ਦਾ ਇੱਕੋ ਇੱਕ ਨਿਸ਼ਾਨਾ ਹੈ ਕਿ ਸਿੱਖ ਨੇ ਜਾਂ ਮਨੁੱਖ ਨੇ ਜਿਵੇਂ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪ ਕੇ ਆਪਣੀ ਆਤਮਾ ਨੂੰ ਪਰਮਾਤਮਾ ਵਿੱਚ ਭੇਦ ਕਰਨਾ, ਜਾਂ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਰਿਹਾ। ਕੁਝ ਏਦਾਂ ਦੇ ਸਵਾਲ, ਏਦਾਂ ਦੇ ਸ਼ੰਕੇ ਸਾਡੇ ਮਨਾਂ ਵਿੱਚ ਪੈਦਾ ਕਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਦੇ ਬਰਾਬਰ ਹੋਰ ਸਰੂਪਾਂ ਦਾ ਵੀ ਪ੍ਰਕਾਸ਼ ਕਰ ਦਿੱਤਾ ਗਿਆ। ਇਹ ਸਾਡੀ ਬਦਕਿਸਮਤੀ ਹੈ, ਕਿਉਂਕਿ ਅੱਜ ਇਸੇ ਗੱਲ ਦਾ ਭੁਲੇਖਾ ਪਾ ਕੇ ਪੁਜਾਰੀਵਾਦ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਸ਼ਰੀਕ ਗ੍ਰੰਥ ਇਹ ਪੈਦਾ ਕਰ ਦਿੱਤੇ ਕਿ ਦੇਖੋ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਸੰਤਾਂ ਦੀ ਸਿਰਜਣਾ ਕਰਦਾ ਹੈ, ਪਰ ਜੇ ਸਿਪਾਹੀ ਦੀ ਸਿਰਜਣਾ ਕਰਨੀ ਹੈ ਤਾਂ ਉਹ ਹੋਰ ਗ੍ਰੰਥ ਦੀ ਲੋੜ ਤੇ ਉਸ ਗ੍ਰੰਥ ਦਾ ਪ੍ਰਕਾਸ਼ ਵੀ ਬਰਾਬਰ ਕਰ ਦਿੱਤਾ। ਪਰ ਇੱਥੇ ਗੱਲ ਅਸੀਂ ਭੁੱਲ ਗਏ ਕਿ ਪੂਰੇ ਕਾ ਕੀਆ ਸਭ ਪੂਰਾ, ਘਾਟ ਬਾਦ ਕਿਛ ਨਹੀਂ। ਪੂਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਜੋਤ ਨੇ ਦਸਾਂ ਜਾਮਿਆਂ ਦੇ ਰਾਹੀਂ 239 ਸਾਲ ਦਾ ਸਮਾਂ ਲਾ ਕੇ ਗੁਰੂ ਗ੍ਰੰਥ ਦੇ ਰੂਪ ਵਿੱਚ ਤੇ ਸਾਨੂੰ ਆਪਣਾ ਰੂਪ ਦੇ ਕੇ ਗੁਰੂ ਪੰਥ ਦੇ ਰੂਪ ਵਿੱਚ ਸੰਸਾਰ ਦੇ ਸਾਹਮਣੇ ਵਿਦਮਾਨ ਕੀਤਾ ਸੀ। ਇਸ ਲਈ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ
ਕਿ ਬਾਣੀ ਵਿੱਚ ਅੰਤਰ ਨਹੀਂ ਸਮਝਣਾ, ਬਲਕਿ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰਬ ਕਲਾ ਸਮਰੱਥ ਹਨ ਤੇ ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਦਿੰਦੇ ਨੇ। ਗੁਰੂ ਗ੍ਰੰਥ ਸਾਹਿਬ ਹੀ ਸਾਡਾ ਇਸ਼ਟ ਤੇ ਮੁਕਤੀ ਦਾਤਾ ਹੈ। ਉਹਦੇ 'ਚ ਬਾਣੀਆਂ ਦਾ ਭੇਦ ਨਾ ਕੀਤਾ ਜਾਵੇ, ਵਿਚਾਰਧਾਰਾ ਦਾ ਭੇਦ ਨਾ ਮੰਨਿਆ ਜਾਵੇ, ਕਿਸੇ ਸੰਪਰਦਾਈ, ਕਿਸੇ ਵਿਦਵਾਨ, ਕਿਸੇ ਪ੍ਰਿੰਸੀਪਲ ਦੀ ਗੱਲ ਨਾ ਮੰਨੀ ਜਾਵੇ, ਬਲਕਿ ਇਹੀ ਗੱਲ ਦ੍ਰਿੜ ਰੱਖੀ ਜਾਵੇ ਕਿ ਸਾਰੀ ਦੀ ਸਾਰੀ ਬਾਣੀ ਸਾਨੂੰ ਉਹ ਪ੍ਰੀਤਮ ਕੇ ਦੇਸ਼ ਲਿਜਾਣ ਵਾਲੀ ਹੈ। ਇਹ ਲਈ ਇੱਕਾ ਬਾਣੀ ਇੱਕੋ ਸ਼ਬਦ ਵਿਚਾਰ ਦੇ ਮੁਤਾਬਕ ਹਰ ਕਿਸਮ ਦੀ ਜੀਵਨ ਜਾਤ, ਜ਼ਿੰਦਗੀ ਦੇ ਹਰ ਮੋੜ ਤੇ, ਹਰ ਪਹਿਲੂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸਾਡਾ ਮਾਰਗਦਰਸ਼ਨ ਕਰਦੀ ਹੈ। ਅਟਲ ਵਿਸ਼ਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਰੱਖੀਏ ਔਰ ਜੋ ਮੰਗੇ ਸੋ ਪਾਵੇ ਤੇ ਮਹਾਵਾਕ ਅਨੁਸਾਰ ਜਿਹੜਾ ਵੀ ਸ਼ੰਕਾ ਹੈ, ਜਿਹੜਾ ਵੀ ਇਹ ਬਾਣੀ ਚੋਂ ਕਿਸੇ ਪਾਸੇ ਵੀ ਕਿਸੇ ਮਹਾਂਪੁਰਸ਼ਾਂ ਦੀ ਬਾਣੀ ਵਿੱਚੋਂ ਵੀ ਲੈ ਲਓ, ਸਾਰਿਆਂ ਤੋਂ ਇੱਕੋ ਜਿਹਾ ਉਪਦੇਸ਼ ਹੀ ਬਣੇਗਾ। ਇੱਕ ਸੰਪੂਰਨ ਮਨੁੱਖ ਦੀ ਸਿਰਜਣਾ ਕਰਨ ਵਾਲੀ ਬਾਣੀ ਸਾਡਾ ਅਟਲ ਵਿਸ਼ਵਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜਾ ਜਿਹਾ ਸਾਊਂਡ ਦੀ ਪ੍ਰੋਬਲਮ ਆ ਰਹੀ ਸੀ, ਮੈਂ ਸੰਗਤ ਪਾਸੋਂ ਖਿਮਾ ਮੰਗਦਾ। ਤਾਂ ਵੀਰ ਜੀ ਨੇ ਬੜਾ ਸੁੰਦਰ ਦੱਸਿਆ ਕਿ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਜਿਸ ਤਰ੍ਹਾਂ ਮਿਸ਼ਰੀ ਦੀ ਡਲੀ ਜਦੋਂ ਮਰਜ਼ੀ ਆਪਾਂ ਚੱਖ ਲਈਏ, ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਜਿਹੜੀ ਹੈ ਇਹ ਤਾਂ ਮੁਰਦਿਆਂ 'ਚ ਰੂਹਾਂ ਫੂਕਣ ਵਾਲੀ ਹੈ, ਵੈਰਾਗਮਈ ਨਹੀਂ ਹੋ ਸਕਦੀ। ਸਾਰੀ ਬਾਣੀ ਚੜ੍ਹਦੀ ਕਲਾ ਦੇ ਪ੍ਰਤੀਕ ਹੈ। ਇਹ ਭਰਮ ਭੁਲੇਖੇ ਪਾਏ ਜਾਂਦੇ ਨੇ, ਪਰ ਤੁਸੀਂ ਦੇਖਿਆ ਹੋਣਾ ਕਿ ਬਹੁਤੇ ਪ੍ਰਬੰਧਕ ਵੀ ਜਿਸ ਵੇਲੇ ਕੋਈ ਐਸਾ ਸਮਾਂ ਹੁੰਦਾ, ਕੋਈ ਚੜ੍ਹਾਈ ਕਰ ਜਾਂਦਾ ਮਨੁੱਖ, ਉਹਦੀ ਅੰਤਮ ਅਰਦਾਸ ਵੇਲੇ ਜਿਸ ਵੇਲੇ ਸਮਾਗਮ ਹੁੰਦਾ ਤਾਂ ਪ੍ਰਬੰਧਕ ਬਹੁਤ ਸਾਰੇ ਮੈਂ ਖੁਦ ਕਹਿੰਦੇ ਸੁਣੇ ਨੇ, ਲਓ ਜੀ ਰਾਗੀ ਸਿੰਘ ਨੇ ਵਿਰਾਗਮਈ ਕੀਰਤਨ ਕੀਤਾ, ਉਹ ਖੁਦ ਕਹਿੰਦੇ ਨੇ। ਉਹਦਾ ਕਾਰਨ ਇਹ ਹੈ ਕਿ ਪ੍ਰਬੰਧਕ ਬਣਨ ਲਈ ਵੀ ਕੋਈ ਕੁਆਲੀਫਿਕੇਸ਼ਨ ਨਹੀਂ ਹੈ। ਤਾਂ ਪ੍ਰਬੰਧਕ ਬਣਨ ਲਈ ਜਾਂ ਪ੍ਰਚਾਰਕ ਬਣਨ ਲਈ ਬਕਾਇਦਾ ਕੁਆਲੀਫਿਕੇਸ਼ਨ ਭਾਵ ਟ੍ਰੇਨਿੰਗ ਗੁਰਬਾਣੀ ਦੀ ਸੂਝ ਹੋਣੀ ਜ਼ਰੂਰੀ ਹੈ। ਪਰ ਜੋ ਹੋ ਰਿਹਾ ਉਹ ਕੋਈ ਕਿਸੇ ਤੋਂ ਲੁਕਿਆ ਨਹੀਂ ਹੈ। ਸਾਰਾ ਕੰਮ ਜਿਹੜਾ ਹੁਣ ਤਾਂ ਆਲਮੋਸਟ ਸਿਆਸੀ ਹੋ ਗਿਆ, ਜਿਸ ਕਰਕੇ ਇਹ ਗੱਲਾਂ ਜਿਹੜੀਆਂ ਆਉਂਦੀਆਂ ਨੇ। ਤੋ ਇਸ ਕਰਕੇ ਵੀਰ ਜੀ ਨੇ ਪ੍ਰਿੰਸੀਪਲ ਸਾਹਿਬ ਨੇ ਬੜਾ ਸੁੰਦਰ ਦੱਸਿਆ, ਧੁਰ ਕੀ ਬਾਣੀ ਹੈ ਔਰ ਸਾਰੀ ਬਾਣੀ ਜਿਹੜੀ ਹੈ ਇਹ ਸਾਡਾ ਜੀਵਨ ਮਾਰਗ ਔਰ ਸਾਡੇ ਲਈ ਇਹ ਮੈਂ ਤੇ ਬੇਨਤੀ ਕੀਤੀ ਮੁਰਦਾ ਰੂਹਾਂ 'ਚ ਵੀ ਜਿਹੜੀ ਹੈ ਉਹ ਜਾਨ ਫੂਕ ਦਿੰਦੀ ਹੈ। ਤੇ ਇਸ ਕਰਕੇ ਜੇ ਇਹਨੂੰ ਕਹਿਣਾ ਇਹ ਢਹਿੰਦੀ ਕਲਾ ਦੀ ਹੈ, ਫਲਾਣੀ ਚੜ੍ਹਦੀ ਕਲਾ ਦੀ, ਜਾਂ ਉਹਨਾਂ ਨੇ ਬੜਾ ਸੁੰਦਰ ਦੱਸਿਆ ਵੀ ਅਸੀਂ ਤੇ ਬਾਣੀਆਂ 'ਚ ਵੰਡ ਪਾ ਲਈ ਵੀ ਇਹ ਫਲਾਣੀ ਹੈ ਜੀ, ਇਹ ਫਲਾਣੇ ਵੇਲੇ ਹੈ। ਤੋ ਇਹ ਨਹੀਂ ਹੈ। ਬਾਣੀ ਜਿਸ ਵੇਲੇ ਮਰਜ਼ੀ ਪੜ੍ਹੋ, ਸਾਨੂੰ ਤੇ ਹੁਕਮ ਹੈ ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿਤ। ਅਸੀਂ ਇੱਕ ਇੱਕ ਸਵਾਸ ਜਪਣਾ, ਚਾਹੇ ਕਿਸੇ ਤਰ੍ਹਾਂ ਦਾ ਵੀ ਸਮਾਂ ਚੱਲ ਰਿਹਾ, ਬਾਣੀ ਨੇ ਸਾਡੀ ਅਗਵਾਈ ਕਰਨੀ ਹੈ। ਤੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਤੋ ਸਾਧ ਸੰਗਤ ਜੀ, ਵੀਰ ਇਹ ਬਾਰੇ ਜਰਾ ਸਰਦਾਰ ਤੇਜਿੰਦਰ ਸਿੰਘ ਜੀ ਕੁਝ ਐਡ ਕਰਨਾ ਚਾਹੁੰਦੇ ਨੇ। ਹਾਂਜੀ ਤੇਜਿੰਦਰ ਸਿੰਘ ਜੀ। ਵੀਰ ਜੀ ਮੈਂ ਕਹਿਣਾ ਕਿ ਜਿਵੇਂ ਜੋ ਗੁਰੂ ਹੈ, ਗੁਰੂ ਸਾਡੇ ਵਾਸਤੇ ਮਾਂ ਵੀ ਹੈ ਤੇ ਸਾਡੇ ਵਾਸਤੇ ਪਿਓ ਵੀ ਹੈ ਜੀ। ਤੇ ਆਮ ਤੌਰ ਤੇ ਸਾਡੀ ਇਹ ਫਿਤਰਤ ਹੈ ਮਨੁੱਖ ਹੋਣ ਦੇ ਨਾਤੇ ਕਿ ਜਦੋਂ ਸਾਡੀ ਮਾਂ ਸਾਨੂੰ ਸਵਾਦਲੇ ਭੋਜਨ ਬਣਾ ਕੇ ਦਿੰਦੀ ਹੈ, ਸਾਨੂੰ ਪਰੌਂਠੇ ਪਕਾ ਕੇ ਦਿੰਦੀ ਹੈ, ਦੁੱਧ ਦਿੰਦੀ ਹੈ ਪੀਣ ਨੂੰ, ਤੇ ਅਸੀਂ ਸਾਨੂੰ ਮਾਂ ਬੜੀ ਮਿੱਠੀ ਲੱਗਦੀ ਹੈ। ਤੇ ਜੇ ਉਹੀ ਮਾਂ ਕਿਤੇ ਝਿੜਕ ਦੇਵੇ ਸਾਨੂੰ ਕਿਸੇ ਗੱਲ ਤੋਂ, ਤੇ ਸਾਨੂੰ ਇਹ ਲੱਗਦਾ ਕਿ ਇਹ ਸਾਨੂੰ ਝਿੜਕ ਪਈ ਹੈ ਤੇ ਕੜਵੀ ਗੱਲ ਹੈਗੀ ਹੈ। ਤੇ ਇਸ ਕਰਕੇ ਜਿਸ ਵੇਲੇ ਜੇ ਗੁਰੂ ਨੇ ਮਹਾਰਾਜ ਨੇ ਬਾਣੀ 'ਚ ਵੀ ਕਿਹਾ ਕਿ ਜੇ ਗੁਰੂ ਝਿੜਕੇ ਤਾਂ ਮਿੱਠਾ ਲੱਗੇ, ਤੇ ਜੇ ਗੁਰੂ ਸਾਨੂੰ ਝਿੜਕਦਾ ਸਾਡੀ ਸੁਧਾਈ ਕਰਦਾ ਹੈ, ਸਾਡੀ ਸ਼ਬਦ ਕਿੱਥੇ ਘੜੀਏ, ਸ਼ਬਦ ਸੱਚੀ ਟਕਸਾਲ ਹੈ, ਜਿਹੜੀ ਸ਼ਬਦ ਦੀ ਸੱਚੀ ਟਕਸਾਲ ਹੈ ਉਹਦੇ ਵਿੱਚ ਸਾਡੀ ਘਾੜਤ ਹੁੰਦੀ ਹੈ। ਤੇ ਜਦੋਂ ਘਾੜਦੇ ਸਾਡੇ ਫਿਰ ਤਰਾਸ਼ੇ ਵੀ ਜਾਂਦੇ ਨੇ, ਜਦੋਂ ਅਸੀਂ ਤਰਾਸ਼ੇ ਜਾਂਦੇ ਹਾਂ ਫਿਰ ਸਾਨੂੰ ਬੁਰਾ ਨਹੀਂ ਲੱਗਣਾ ਚਾਹੀਦਾ, ਕਿਉਂਕਿ ਗੁਰੂ ਸਾਡਾ ਮਾਂ ਵੀ ਹੈ, ਗੁਰੂ ਸਾਡਾ ਪਿਓ ਵੀ ਹੈ। ਇਹ ਨਹੀਂ ਮੈਂ ਬੇਨਤੀ ਕਰਨਾ ਚਾਹੁੰਦਾ ਜੀ। ਨਹੀਂ, ਬੜਾ ਸੁੰਦਰ ਤੁਸੀਂ ਕਿਹਾ ਕਿ ਜਿਸ ਵੇਲੇ ਅਸਲ 'ਚ ਗੱਲ ਇਹ ਆ ਸਾਧ ਸੰਗਤ ਜੀ, ਜਿਸ ਵੇਲੇ ਸਾਡੇ ਅੰਦਰ ਔਗਣ ਹੁੰਦੇ ਨੇ ਤੇ ਬਾਣੀ ਜਿਹੜੀ ਹੈ ਉਹ ਤੇ ਸ਼ੀਸ਼ਾ ਹੈ ਨਾ, ਉਹ ਸਾਡੇ ਔਗਣ ਜਿਸ ਵੇਲੇ ਸਭ ਬਾਣੀ ਸੁਣਦੇ ਆ ਤੇ ਸਾਡੇ ਔਗਣ ਉਗੜ ਕੇ ਸਾਹਮਣੇ ਆਉਂਦੇ ਨੇ ਤੇ ਸਾਨੂੰ ਕਈ ਵਾਰੀ ਪਰੇਸ਼ਾਨੀ ਹੁੰਦੀ ਹੈ। ਔਰ ਇੱਕ ਕਹਾਣੀ ਚੱਲਦੀ ਹੈ ਉਹਦੀ ਸੁਥਰੇ ਸ਼ਾਹ ਦੀ, ਬਈ ਉਹ ਬਾਣੀ ਸੁਣ ਰਿਹਾ ਸੀਗਾ, ਬਚਨ ਸੁਣ ਰਿਹਾ ਸੀ ਤੇ ਉਹਨੇ ਮੋਢਾ ਕਰ ਲਿਆ, ਫਿਰ ਦੂਜਾ ਕਰ ਲਿਆ, ਮੈਂ ਟਾਈਮ ਨਾ ਲਵਾਂ, ਫਿਰ ਪਿੱਠ ਕਰ ਲਈ। ਉਹਨੂੰ ਪੁੱਛਿਆ ਵੀ ਕੀ ਗੱਲ ਹੈ, ਉਹ ਆਖਣ ਲੱਗਾ ਜੀ ਮੈਨੂੰ ਜਿਸ ਵੇਲੇ ਬਚਨ ਸੁਣਦਿਆਂ ਗੁਰੂ ਦੇ ਤੇ ਮੈਨੂੰ ਲੱਗਦਾ ਮੇਰੇ ਸਾਰੇ ਔਗਣ ਮੇਰੇ ਮੂੰਹ ਤੇ ਇੱਕ ਤਰ੍ਹਾਂ ਦੀਆਂ ਚਪੇੜਾਂ ਵੱਜ ਰਹੀਆਂ। ਤੇ ਠੀਕ ਹੈ, ਜਿਸ ਵੇਲੇ ਅਸੀਂ ਕਿਉਂਕਿ ਔਗਣੀ ਭਰਿਆ ਸਰੀਰ ਹੈ ਸੰਤੋ, ਸਾਡੇ ਅੰਦਰ ਬਹੁਤ ਸਾਰੇ ਔਗਣ ਨੇ ਤੇ ਗੁਰਬਾਣੀ ਤੇ ਕਿਸੇ ਦਾ ਉਹਨਾਂ ਹਰ ਚੀਜ਼ ਜਿਹੜੀ ਸੱਚ ਨੂੰ ਉਘਾੜ ਕੇ ਸਾਹਮਣੇ ਰੱਖਦੀ ਹੈ, ਔਰ ਇਸ ਆਸ਼ੇ ਨਾਲ ਕਿ ਅਸੀਂ ਆਪਣੇ ਔਗਣ ਛੱਡ ਕੇ
ਗੁਣਾਂ ਵਾਲੇ ਪਾਸੇ ਚੱਲੀਏ। ਧੰਨਵਾਦ ਵੀਰ ਜੀ ਤਜਿੰਦਰ ਸਿੰਘ ਜੀ, ਆਪ ਜੀ ਨੇ input ਦਿੱਤੀ ਹੈ। ਜੀ ਇਹ ਵੀ ਮਨਮਤ ਜਿਹੜੀ ਹੈ ਉਹ ਫੈਲਾਈ ਜਾਂਦੀ ਹੈ ਕਿ ਹਾਂ। ਕਈ ਜਿਹੜੇ ਕੋਈ ਜਿਹੜਾ ਗੁਰਬਾਣੀ ਵਿੱਚ ਐਸਾ ਸਾਨੂੰ ਸੁਧਾਈ ਦੇਣ ਵਾਲਾ, ਸੇਧ ਦੇਣ ਵਾਲਾ, ਕੋਈ ਝਿੜਕਣ ਵਾਲਾ ਕੋਈ ਪੰਕਤੀ ਆ ਜਾਂਦੀ ਹੈ ਤੇ ਅਸੀਂ ਕਹਿੰਦੇ ਹਾਂ ਵੀ ਅੱਜ ਦਾ ਹੁਕਮਨਾਮਾ ਇਹ ਨਹੀਂ ਹੈ, ਵਾਪਸ ਕਰ ਦਈਏ ਗੁਰੂ ਗ੍ਰੰਥ ਸਾਹਿਬ ਨੂੰ, ਅਸੀਂ ਹੋਰ ਹੁਕਮ ਲੈ ਲਈਏ। ਜੇ ਫਰੀਦ ਸਾਹਿਬ ਦਾ ਆਇਆ ਕਿ ਬੇਨਵਾਜਾ ਕੁੱਤਿਆ ਆਏ ਨਾ ਭਲੀ ਰੀਤ, ਕਦੇ ਚੱਲ ਨਾ ਆਇਓ ਪੰਜੇ ਵਕਤ ਮਸੀਤ, ਤੇ ਐਸੀ ਭਾਵਨਾ ਨਹੀਂ ਹੋਣੀ ਚਾਹੀਦੀ। ਜਿਵੇਂ ਪ੍ਰਿੰਸੀਪਲ ਸਾਹਿਬ ਨੇ ਵੀ ਦੱਸਿਆ ਕਿ ਸਾਰੀ ਬਾਣੀ ਨੂੰ ਅਸੀਂ ਸੱਚੀ ਬਾਣੀ ਸਮਝ ਕੇ, ਮਿੱਠੀ ਸਮਝ ਕੇ ਆਪਣੇ ਆਪ ਨੂੰ ਗ੍ਰਹਿਣ ਕਰਨਾ ਹੈ, ਆਪਣੀ ਸੁਧਾਈ ਕਰਨੀ ਹੈ। ਇਸ ਪੱਖੋਂ ਅਗਰ ਲਵਾਂਗੇ ਸਾਨੂੰ ਕੋਈ ਵੀ ਬਾਣੀ ਜਿਹੜੀ ਨਾ ਉਹ ਕੌੜੀ ਨਹੀਂ ਲੱਗੇਗੀ, ਸਾਨੂੰ ਕੋਈ ਵੀ ਬਾਣੀ ਜਿਹੜੀ ਹੈ ਉਹ ਔਖੀ ਨਹੀਂ ਲੱਗੇਗੀ। ਠੀਕ ਹੈ, ਤੁਸੀਂ ਸੱਚ ਆਖਿਆ ਕਿ ਬਾਣੀ ਸਾਡੀ ਮਾਤਾ ਪਿਤਾ ਹੈ, ਠੀਕ ਹੈ, ਤੇ ਮਾਤਾ ਪਿਤਾ ਤੇ ਬੱਚੇ ਦੀ ਹਮੇਸ਼ਾ ਚੜ੍ਹਦੀ ਕਲਾ ਹੀ ਲੋਚਦੇ ਨੇ, ਇਸ ਕਰਕੇ ਬਾਣੀ ਸਾਨੂੰ ਚੜ੍ਹਦੀ ਕਲਾ 'ਚ ਲਿਜਾਂਦੀ ਹੈ, ਇਹ ਸਾਨੂੰ ਕਿਤੇ ਢਹਿੰਦੀ ਕਲਾ 'ਚ ਨਹੀਂ ਲਿਆਂਦੀ। ਧੰਨਵਾਦ ਜੀ। ਤੋ ਵੀਰ ਮਨਮੋਹਨ ਸਿੰਘ ਜੀ ਨੇ ਆਪਣਾ ਉੱਤਰ ਜਿਹੜਾ ਉਹ ਰਿਕਾਰਡ ਕਰਕੇ ਭੇਜਿਆ ਤੇ ਮੈਂ ਵਾਇਸ ਔਨ ਕਰਨ ਲੱਗਾ ਉਹਨਾਂ ਦੀ। ਇਹ ਸਵਾਲ ਸੀਗਾ ਵੀ ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾਉਣ ਬਾਰੇ ਜੋ ਵੱਖ-ਵੱਖ ਗੱਲਾਂ ਪ੍ਰਚਲਿਤ ਨੇ ਉਹਦੇ 'ਚ ਸਹੀ ਕੀ ਹੈ। ਮੈਂ ਔਨ ਕਰਦਾ, ਉਮੀਦ ਹੈ ਵੀ ਇਹ ਆਪ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇੱਕ ਮਿੰਟ। ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਜੋ ਸਵਾਲ ਪੁੱਛਿਆ ਗਿਆ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਲਗੀਧਰ ਪਾਤਸ਼ਾਹ ਦੇ ਨਾਲ ਸੰਬੰਧਿਤ ਹੈ ਕਿ ਗੁਰੂ ਪਾਤਸ਼ਾਹ ਜੋਤੀ ਜੋਤ ਕਿਵੇਂ ਸਮਾਏ। ਸੋ ਆਮ ਇਤਿਹਾਸਕ ਜਿੰਨੇ ਵੀ ਹਵਾਲੇ ਨੇ ਉਹਨਾਂ ਦੇ ਵਿੱਚ ਜੋ ਪੁਰਾਤਨ ਸਾਡੇ ਕੋਲ ਹਵਾਲੇ ਹਨ ਉਹਨਾਂ ਮੁਤਾਬਕ 5 ਅਕਤੂਬਰ 1708 ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਨੰਦੇੜ ਤੋਂ ਜੋ ਸਨ ਪੰਜਾਬ ਵਾਲੇ ਪਾਸੇ ਗੁਰੂ ਕਲਗੀਧਰ ਪਾਤਸ਼ਾਹ ਦੀ ਆਗਿਆ ਨਾਲ ਚਲੇ ਹਨ। ਇਸੇ ਸ਼ਾਮ ਜਮਸ਼ੇਦ ਖਾਨ ਪਠਾਨ ਨੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ ਜਦੋਂ ਗੁਰੂ ਪਾਤਸ਼ਾਹ ਰਹਿਰਾਸ ਸਾਹਿਬ ਦਾ ਪਾਠ ਕਰ ਰਹੇ ਸਨ। ਸੋਦਰ ਦੀ ਚੌਕੀ ਤੋਂ ਬਾਅਦ ਉਹਨਾਂ ਦੇ ਉੱਤੇ ਜੋ ਸੀ ਕਟਾਰ ਦੇ ਨਾਲ ਹਮਲਾ ਕੀਤਾ ਗਿਆ, ਜਿਹਦੇ ਵਿੱਚ ਇੱਕ ਪਠਾਨ ਜੋ ਦੱਸਿਆ ਜਾਂਦਾ ਬਾਹਰ ਖੜਾ ਸੀ, ਦੂਸਰੇ ਨੇ ਹਮਲਾ ਕੀਤਾ। ਸਤਿਗੁਰੂ ਪਾਤਸ਼ਾਹ ਨੇ ਉਸ ਨੂੰ ਉੱਥੇ ਹੀ ਜੋ ਸੀ ਆਪਣੀ ਤੇਗ ਦੇ ਨਾਲ ਸੁੱਟ ਦਿੱਤਾ। ਸਤਿਗੁਰੂ ਜੀ ਬਹੁਤ ਜੋ ਹੈ ਗਹਿਰਾ ਜ਼ਖਮ ਉਹਨਾਂ ਨੂੰ ਹੋ ਗਿਆ ਤੇ ਜਮਸ਼ੇਦ ਖਾਨ ਉੱਥੇ ਮੌਕੇ ਤੇ ਮਾਰਿਆ ਗਿਆ। ਗੁਰੂ ਜੀ 7 ਅਕਤੂਬਰ ਨੂੰ ਤੜਕੇ ਮਤਲਬ 6 ਅਤੇ 7 ਦੀ ਰਾਤ ਨੂੰ ਸਤਿਗੁਰੂ ਪਾਤਸ਼ਾਹ ਜੋ ਸਨ ਉਹ ਜੋਤੀ ਜੋਤ ਸਮਾ ਗਏ ਹਨ, ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਸੰਸਕਾਰ ਇਸੇ ਸ਼ਾਮ ਗੋਦਾਵਰੀ ਦੇ ਕੰਢੇ ਉੱਤੇ ਕਰ ਦਿੱਤਾ ਗਿਆ। ਮਗਰੋਂ ਕਿਸੇ ਨੇ ਜੋ ਕਹਾਣੀ ਕਰੀ ਹੈ, ਪਹਿਲਾਂ ਮੈਂ ਉਹ ਇਤਿਹਾਸਕ ਹਵਾਲੇ ਗੱਲ ਕਰ ਲਵਾਂ ਜਿਨ੍ਹਾਂ ਰਾਹੀਂ ਇਹ ਸਾਨੂੰ ਜੋ ਹੈ ਮਿਲਦਾ ਹੈ ਇਤਿਹਾਸਕ ਹਵਾਲਾ ਕਿ ਗੁਰੂ ਪਾਤਸ਼ਾਹ 5 ਤਰੀਕ ਨੂੰ ਸ਼ਾਮ ਨੂੰ ਜ਼ਖਮੀ ਹੁੰਦੇ ਹਨ ਅਤੇ 7 ਤਰੀਕ ਨੂੰ ਅੰਮ੍ਰਿਤ ਵੇਲੇ ਉਹ ਜੋਤੀ ਜੋਤ ਸਮਾਉਂਦੇ ਹਨ। ਜੋ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਉਹਨਾਂ ਦੇ ਨਾਲੋਂ ਚੱਲਣ ਦਾ ਜੋ ਬਿਰਤਾਂਤ ਲੱਭਦਾ ਉਹਦੇ ਵਿੱਚ ਦੋ ਰਾਏ ਸਾਹਮਣੇ ਆਉਂਦੀਆਂ ਨੇ। ਇੱਕ ਹੈ ਕਿ ਗੁਰੂ ਪਾਤਸ਼ਾਹ ਜੀ ਦੇ ਜ਼ਖਮੀ ਹੋਣ ਵੇਲੇ ਬਾਬਾ ਬੰਦਾ ਸਿੰਘ ਜੀ ਬਹਾਦਰ ਉੱਥੇ ਸਨ, ਸਤਿਗੁਰਾਂ ਨੇ ਉਹਨਾਂ ਨੂੰ ਉੱਥੋਂ ਫਿਰ ਜੋ ਹੈ ਪੰਜਾਬ ਵੱਲ ਭੇਜ ਦਿੱਤਾ ਤੇ ਕੁਝ ਜੋ ਹਵਾਲੇ ਨੇ ਉਹਨਾਂ ਮੁਤਾਬਕ ਬਾਬਾ ਬੰਦਾ ਸਿੰਘ ਜੀ ਬਹਾਦਰ ਪਹਿਲਾਂ ਉੱਥੋਂ ਨਿਕਲੇ ਨੇ, ਉਸ ਤੋਂ ਬਾਅਦ ਜੋ ਹੈ ਗੁਰੂ ਪਾਤਸ਼ਾਹ ਦੇ ਉੱਤੇ ਹਮਲਾ ਹੋਇਆ ਹੈ। ਸੋ ਜੋ ਸਮੇਂ ਦਾ ਉੱਥੇ ਦੀ ਜੋ ਥੋੜਾ ਬਹੁਤਾ ਜ਼ਖਮ ਨੂੰ ਜੋ ਸੀਨ ਦਾ ਜਾਂ ਜੋ ਪ੍ਰਬੰਧ ਸੀ ਉਹ ਕੀਤਾ ਗਿਆ, ਲੇਕਿਨ ਉਸ ਤੋਂ ਬਾਅਦ ਸਤਿਗੁਰੂ ਪਾਤਸ਼ਾਹ 7 ਅਕਤੂਬਰ ਸਵੇਰੇ ਜੋ ਹੈ ਚੜਾਈ ਕਰ ਗਏ ਹਨ, ਅਕਾਲ ਚਲਾਣਾ ਕਰ ਗਏ ਹਨ, ਜੋਤੀ ਜੋਤ ਸਮਾ ਗਏ ਹਨ। ਇਹਦੇ ਜੋ ਹਵਾਲੇ ਨੇ ਇਹ ਸਾਨੂੰ ਜੋਤੀ ਜੋਤ ਸਮਾਉਣ ਦੇ ਅਖਬਾਰਾਂ ਤੇ ਦਰਬਾਰੇ ਮੌਲਾ ਵਿੱਚ ਇਹ ਹਵਾਲਾ ਮੌਜੂਦ ਹੈ। ਉਸ ਤੋਂ ਬਾਅਦ ਇਹ ਜ਼ਿਕਰ ਜਿਹੜਾ ਲੇਖਕ ਸੈਨਾਪਤੀ ਦੀ ਗੁਰੂ ਸ਼ੋਭਾ ਜੋ 1709 ਵਿੱਚ ਲਿਖਿਆ ਗਿਆ ਉਹਦੇ ਵਿੱਚ ਵੀ ਮੌਜੂਦ ਹੈ। ਬਹਾਦਰ ਸ਼ਾਹ ਦੇ 3 ਸਮਕਾਲੀ ਲੇਖਕ ਜਿਹੜੇ ਹਨ ਉਹਨਾਂ ਦੀਆਂ ਕਿਤਾਬਾਂ ਮਿਰਜ਼ਾ ਮੁਹੰਮਦ ਦਾ ਇਬਰਤਨਾਮਾ ਜੋ 1716 ਵਿੱਚ ਲਿਖਿਆ ਗਿਆ, ਮੁਹੰਮਦ ਕਾਸਮ ਦਾ ਇਬਰਤਨਾਮਾ ਜੋ 1723 ਵਿੱਚ ਲਿਖਿਆ ਗਿਆ ਅਤੇ ਉਸ ਤੋਂ ਬਾਅਦ ਮੁਹੰਮਦ ਸ਼ਫੀ ਦੀ ਮਿਰਾਤੇ ਵਾਰਤਾ ਜੋ 1734 ਵਿੱਚ ਲਿਖੀ ਗਈ। ਇਹਨਾਂ ਵਿੱਚ ਇਹ ਬਿਲਕੁਲ ਹੂਬਹੂ ਹਵਾਲਾ ਹੈ ਕਿ 7 ਤਰੀਕ ਨੂੰ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੋਤੀ ਜੋਤ ਸਮਾ ਗਏ ਅਤੇ ਇੱਕ ਹਿੰਦੂ ਲੇਖਕ ਚਤਰਮਾਲ ਸਕਸੈਨਾ ਉਸ ਦੀ ਚਹਾਰ ਗੁਲਸ਼ਨ ਕਿਤਾਬ ਦੇ ਵਿੱਚ ਵੀ ਇਹੋ ਹਵਾਲਾ ਹੈ ਅਤੇ ਉਹਦੇ ਨਾਲ ਸਤਿਗੁਰੂ ਪਾਤਸ਼ਾਹ ਦਾ ਗੋਦਾਵਰੀ ਦੇ ਕੰਢੇ ਦੇ ਉੱਤੇ ਸਿੰਘਾਂ ਨੇ ਜੋ ਹੈ ਉਹ ਸੰਸਕਾਰ ਕਰ ਦਿੱਤਾ। ਇਹਨਾਂ ਸਾਰੀਆਂ ਕਿਤਾਬਾਂ ਵਿੱਚ ਜੋਤੀ ਜੋਤ ਸਮਾਉਣ ਦਾ ਜੋ ਕਾਰਨ ਹੈ ਉਹ ਪਠਾਨਾਂ ਵੱਲੋਂ ਕੀਤਾ ਹੋਇਆ ਹਮਲਾ ਹੀ ਲਿਖਿਆ ਗਿਆ ਹੈ ਤੇ ਇਸ ਤੋਂ ਬਾਅਦ ਜੋ ਕਹਾਣੀਆਂ ਘੜੀਆਂ ਗਈਆਂ ਨੇ ਉਹ ਬੜੀ ਸਾਜ਼ਿਸ਼ ਦੇ ਨਾਲ
ਬੜੇ ਸੋਚੇ ਸਮਝੇ ਜੋ ਹੈ ਇੱਕ ਵਿਉਂਤਬੰਦੀ ਦੇ ਨਾਲ ਸਿੱਖਾਂ ਦੇ ਵਿੱਚ ਜੋ ਸੀ ਇੱਕ ਪੰਬਲ ਭੂਸਾ ਖੜਾ ਕਰਨ ਵਾਸਤੇ ਪਾਇਆ ਗਿਆ ਕਿ ਸਤਿਗੁਰੂ ਪਾਤਸ਼ਾਹ ਨੇ ਆਪ ਚਿਤਾ ਰਚਾ ਕੇ ਆਪ ਜੋ ਘੋੜੇ ਸਮੇਤ ਚਲੇ ਗਏ। ਵੈਸੇ ਵੀ ਇਹ ਗੁਰੂ ਸਿਧਾਂਤ ਦੇ ਬਿਲਕੁਲ ਉਲਟ ਹੈ, ਗੁਰਬਾਣੀ ਦੇ ਬਿਲਕੁਲ ਉਲਟ ਹੈ, ਕਿਉਂਕਿ ਸਤਿਗੁਰੂ ਪਾਤਸ਼ਾਹ ਤੀਜੇ ਪਾਤਸ਼ਾਹ ਦੇ ਪਾਵਨ ਬਚਨ ਨੇ 1344 ਪੰਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ, ਜਿੱਥੇ ਲੇਖਾ ਮੰਗੀ ਹੈ ਤਿੱਥੇ ਦੇ ਜਾਤ ਨਾ ਜਾਏ। ਫਿਰ ਤਿਲੰਗ ਰਾਗ ਵਿੱਚ 9ਵੇਂ ਪਾਤਸ਼ਾਹ 726 ਅੰਕ ਦੇ ਉੱਤੇ ਬਖਸ਼ਿਸ਼ ਕਰਦੇ ਨੇ, ਜਾਗ ਲਿਓ ਰੇ ਮਨ ਜਾਗ ਲਿਓ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਤੀਜੇ ਪਾਤਸ਼ਾਹ ਕਹਿੰਦੇ ਨੇ ਜਿੱਥੇ ਲੇਖਾ ਮੰਗਿਆ ਜਾਵੇਗਾ ਉੱਥੇ ਦੇਹ ਸਰੀਰ ਤੇ ਜਾਤ ਨਹੀਂ ਜਾ ਸਕਦੀ। ਸਤਿਗੁਰੂ ਪਾਤਸ਼ਾਹ 9ਵੇਂ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਜਿਹੜਾ ਸਰੀਰ ਤੇਰੇ ਨਾਲ ਉਪਜਿਆ ਹੈ ਨਾਲ ਨਹੀਂ ਜਾ ਸਕਦਾ। ਇਸੇ ਤਰੀਕੇ ਦੇ ਨਾਲ ਭਗਤ ਕਬੀਰ ਜੀ ਕਹਿੰਦੇ ਨੇ ਅਣਖ ਯਤਨ ਕਰ ਕਾਇਆ ਪਾਲੀ, ਮਰਤੀ ਬਾਰ ਮਗਨ ਅਗਨ ਸੰਗ ਜਾਲੀ, ਕਿ ਇਹ ਸਰੀਰ ਜੋ ਹੈ ਆਖਰ ਸਾਨੂੰ ਜਿਹੜੇ ਯਤਨਾਂ ਨਾਲ ਪਾਲਦੇ ਆ ਇਹ ਅੱਗ ਨਾਲ ਸਾੜ ਦਿੱਤਾ ਜਾਂਦਾ ਹੈ। ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਸੋਰਠ ਰਾਗ ਦੇ ਅੰਦਰ ਪੰਨਾ 648 ਦੇ ਉੱਤੇ ਬਖਸ਼ਿਸ਼ ਕਰਦੇ ਹਨ, ਇੱਕ ਦੱਜੇ ਇੱਕ ਦੱਬੀਆਂ ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਸੱਟੀਏ ਇੱਕ ਪੀ ਫਿਰ ਹੱਸਣ ਪਾਏ, ਨਾਨਕ ਏਵ ਨਾ ਜਾਪੇ ਕਿੱਥੇ ਜਾਏ ਸਮਾਏ। ਭਾਵ ਸਰੀਰ ਇੱਥੇ ਦੁਨੀਆ ਵਿੱਚ ਰਹਿ ਜਾਂਦਾ ਹੈ, ਸਰੀਰ ਅੱਗੇ ਨਾਲ ਨਹੀਂ ਚੱਲ ਸਕਦਾ ਤੇ ਇਸ ਨੂੰ ਅਲੱਗ-ਅਲੱਗ ਤਰੀਕਿਆਂ ਦੇ ਨਾਲ ਹੀ ਸਾਂਭਿਆ ਜਾ ਰਿਹਾ ਹੈ। ਫਿਰ ਸਤਿਗੁਰੂ ਪੰਚਮ ਪਾਤਸ਼ਾਹ ਨੇ ਬੜੀ ਸੁੰਦਰ ਬਖਸ਼ਿਸ਼ ਕਰਕੇ ਸਾਨੂੰ ਜੋ ਹੈ ਸਮਝਾਉਣ ਦਾ ਯਤਨ ਕੀਤਾ। ਤੀਨ ਸੰਗਿਆ ਕਰਤੇ ਹੀ ਕੀਨੀ, ਜਲ ਕੁਕਰ ਭਸਮਈ, ਹੋਏ ਆਮਰੋ ਗ੍ਰਹਿ ਮੈਂ ਬੈਠਾ, ਕਰਨ ਕਾਰਨ ਬਿਸਰੋਈ। ਕਿ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਭਾਈ ਕਿ ਇਹ ਜਿਹੜਾ ਤਿੰਨ ਜੋ ਹੈ ਮਾਇਆ ਦੇ ਗੁਣਾਂ ਦੇ ਅਧੀਨ ਜੋ ਇਹ ਸਰੀਰ ਹੈ, ਇਹ ਜੋ ਬਣਿਆ ਹੋਇਆ ਹੈ, ਇਹ ਆਖਰ ਇੱਕ ਦਿਨ ਵਿਨਾਸ਼ ਹੋ ਜਾਂਦਾ ਹੈ ਤੇ ਇਹ ਜਾਂ ਤਾਂ ਪਾਣੀ ਵਿੱਚ ਰੋੜ ਦਿੱਤਾ ਜਾਂਦਾ ਹੈ, ਜਾਂ ਕੁੱਤਿਆਂ ਅੱਗੇ ਸੁੱਟ ਦਿੱਤਾ ਜਾਂਦਾ ਹੈ, ਜਾਂ ਇਹ ਭਸਮ ਬਣ ਜਾਂਦੀ ਹੈ। ਤੇ ਬਿਲਕੁਲ ਇਹੀਓ ਬਚਨ ਜੋ ਨੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਨੇ, ਜਬ ਜਰੀਆ ਤਬ ਹੋਏ ਭਸਮ ਤਨ ਰਹਿ ਕਿਰਮਦਲ ਖਾਈ, ਕਿ ਭਈ ਇਹ ਸਰੀਰ ਜੇ ਕਿਤੇ ਸਾੜੋਗੇ ਸਵਾਦ ਹੀ ਮੁੱਠ ਬਣ ਜਾਵੇਗਾ, ਕੋਈ ਦਫਨਾ ਦੇਵੇਗਾ ਤੇ ਉਹ ਜੋ ਹੈ ਉਹਨੂੰ ਕੀੜਿਆਂ ਦੀ ਫੌਜ ਖਾ ਜਾਵੇਗੀ। ਭਾਵ ਸਰੀਰ ਨੇ ਅੱਗੇ ਨਹੀਂ ਚੱਲਣਾ। ਸੋ ਉਹ ਜੋ ਮਨ ਘੜਤ ਕਹਾਣੀ ਹੈ, ਉਹ ਕਹਾਣੀ ਕੇਵਲ ਸਾਡੇ ਵਿੱਚ ਦੁਬਿਧਾ ਪਾਉਣ ਵਾਸਤੇ ਗੁਰਮਤਿ ਦੇ ਸਿਧਾਂਤ ਦੇ ਉਲਟ ਕਿਸੇ ਨੇ ਸ਼ਰਾਰਤ ਵਜੋਂ ਲਿਖੀ ਹੈ। ਗੁਰੂ ਪਾਤਸ਼ਾਹ 7 ਅਕਤੂਬਰ ਨੂੰ ਜੋ ਹੈ ਸਤਿਗੁਰੂ ਪਾਤਸ਼ਾਹ ਜੋ ਨੇ ਉਹ ਜੋਤੀ ਜੋਤ ਸਮਾਏ ਨੇ। ਸਤਿਗੁਰੂ ਪਾਤਸ਼ਾਹ ਜੋ ਨੇ ਉਹ 7 ਅਕਤੂਬਰ 1708 ਨੂੰ ਅੰਮ੍ਰਿਤ ਵੇਲੇ ਜੋਤੀ ਜੋਤ ਸਮਾਏ ਨੇ ਅਤੇ ਉਹਨਾਂ ਦਾ ਸੰਸਕਾਰ ਉਸੇ ਦਿਨ ਜੋ ਸੀ ਗੋਦਾਵਰੀ ਦੇ ਕੰਢੇ ਦੇ ਉੱਤੇ ਜੋ ਉਸ ਵਕਤ ਗੁਰਮਤਿ ਮਰਿਆਦਾ ਸੀ ਉਹਦੇ ਅਨੁਸਾਰ ਕਰ ਦਿੱਤਾ ਗਿਆ। ਜੇ ਕਿਤੇ ਕਿਸੇ ਕੋਲ ਕੋਈ ਹੋਰ ਹਵਾਲਾ ਹੋਵੇ ਤਾਂ ਜ਼ਰੂਰ ਸਾਡੇ ਗਿਆਨ ਵਿੱਚ ਵਾਧਾ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਮਨਮੋਹਨ ਸਿੰਘ ਜੀ। ਆਪ ਜੀ ਨੇ ਗੁਰਬਾਣੀ ਔਰ ਇਤਿਹਾਸ ਉਹਨੂੰ ਸਾਹਮਣੇ ਲਿਆ ਕੇ ਇਹ ਗੱਲ ਸਪਸ਼ਟ ਕੀਤੀ ਹੈ ਔਰ ਸਾਨੂੰ ਇਹ ਕੋਈ ਮੁਗਾਲਤਾ ਨਹੀਂ ਹੋਣਾ ਚਾਹੀਦਾ। ਸਾਨੂੰ ਅਗਵਾਈ ਕੇਵਲ ਗੁਰਬਾਣੀ ਤੋਂ ਲੈਣੀ ਚਾਹੀਦੀ ਹੈ। ਵੀਰ ਜੀ ਨੇ ਕਿਤਨੀਆਂ ਤੁਕਾਂ ਦੱਸੀਆਂ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਸਰੀਰ ਨਹੀਂ ਜਾਂਦਾ, ਇਹ ਸਿਰਫ ਕਹਾਣੀਆਂ ਘੜੀਆਂ ਨੇ ਸਾਨੂੰ ਗੁੰਮਰਾਹ ਕਰਨ ਦੇ ਲਈ, ਤੇ ਸਾਨੂੰ ਇਹਨਾਂ ਪਾਸੇ ਧਿਆਨ ਨਹੀਂ ਦੇਣਾ ਚਾਹੀਦਾ। ਲੋੜ ਹੈ ਗੁਰਬਾਣੀ ਪੜ੍ਹ ਕੇ ਸੁਣ ਕੇ ਸਮਝ ਕੇ ਅਸੀਂ ਆਪਣੇ ਜੀਵਨ 'ਚ ਕੋਈ ਉਚਾਈ ਕੋਈ ਪਕਿਆਈ ਲੈ ਆਈਏ, ਇਹਨਾਂ ਚੀਜ਼ਾਂ ਪਿੱਛੇ ਨਾ ਜਾਈਏ। ਤੋ ਸਤਿਗੁਰੂ ਜੀ ਦੀ ਕਿਰਪਾ ਅਨੁਸਾਰ ਅੱਜ ਦਾ ਜੋ ਇਹ ਸਵਾਲ ਜਵਾਬ ਸੈਸ਼ਨ ਸੀ ਉਹ ਸਾਧ ਸੰਗਤ ਜੀ ਸਮਾਂ ਹੋ ਗਿਆ। 2 ਸਵਾਲ ਰਹਿ ਗਏ ਨੇ, ਉਹ ਅਗਲੇ ਹਫਤੇ ਲਵਾਂਗੇ। ਤੋ ਮੈਂ ਫਿਰ ਜਿੱਥੇ ਪੈਨਲ ਦੇ ਮੈਂਬਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ, ਉੱਥੇ ਸਾਰੀ ਸੰਗਤ ਦਾ ਧੰਨਵਾਦ ਹੈ ਜਿਹੜੇ ਸਾਡੇ ਨਾਲ ਜੁੜਦੇ ਹੋ ਔਰ ਆਪਣੇ ਸਵਾਲ ਭੇਜਦੇ ਹੋ ਔਰ ਜਿਸ ਤਰ੍ਹਾਂ ਦੇ ਵੀ ਅਸੀਂ ਉੱਤਰ ਦਿੰਦੇ ਹਾਂ ਆਪ ਜੀ ਤੱਕ ਪਹੁੰਚਾਉਂਦੇ ਹਾਂ, ਉਹ ਆਪ ਜੀ ਉਹਨੂੰ ਪ੍ਰਵਾਨ ਕਰਦੇ ਹੋ। ਫਿਰ ਇੱਕ ਵਾਰੀ ਬੇਨਤੀ ਕਰਦੇ ਹਾਂ ਕਿ ਕਿਸੇ ਕਿਸਮ ਦਾ ਕੋਈ ਸ਼ੰਕਾ ਸ਼ੁਭਾ ਰਹਿ ਜਾਏ ਤਾਂ ਉਹ ਜ਼ਰੂਰ ਲਿਖਣਾ ਚਾਹੀਦਾ। ਕੋਸ਼ਿਸ਼ ਕੀਤੀ ਜਾਏਗੀ, ਸਾਨੂੰ ਵੀ ਇੱਕ ਮੌਕਾ ਮਿਲਦਾ ਹੈ ਉਹਨੂੰ ਹੋਰ ਲੱਭਣ ਦਾ, ਰਿਸਰਚ ਕਰਨ ਦਾ। ਤੋ ਸਤਿਗੁਰੂ ਜੀ ਕਿਰਪਾ ਕਰਨ, ਸਾਰੀ ਸੰਗਤ ਤੇ ਮਿਹਰ ਕਰਨ, ਆਪਾਂ ਇਸੇ ਤਰ੍ਹਾਂ ਨਿਤ ਪ੍ਰਤੀ ਜੁੜਦੇ ਰਹੀਏ। ਤੋ ਸਾਧ ਸੰਗਤ ਜੀ ਆਪਣੇ ਸਵਾਲ ਜਿਹੜੇ ਨੇ ਕੋਸ਼ਿਸ਼ ਕਰਿਆ ਕਰੋ, ਜਦ ਵੀ ਸਵਾਲ ਤੁਹਾਡੇ ਮਨ 'ਚ ਆਉਂਦਾ ਉਸੇ ਵੇਲੇ ਭੇਜ ਦਿਓ, ਕਿਉਂਕਿ ਜਿੰਨਾ ਸਮਾਂ ਸਾਨੂੰ 4-5 ਦਿਨ 'ਚ ਵੱਧ ਤੋਂ ਵੱਧ ਮਿਲ ਜਾਏ ਉਹ ਤਿਆਰੀ ਕਰਨ ਨੂੰ ਠੀਕ ਹੁੰਦਾ ਹੈ। ਕਈ ਵਾਰ ਸਵਾਲ ਬਿਲਕੁਲ ਅਖੀਰਲੇ ਦਿਨ ਆਉਂਦਾ ਹੈ, ਉਹ ਫਿਰ ਉਹਦੀ ਤਿਆਰੀ ਰਹਿ ਜਾਂਦੀ ਹੈ। ਅੱਜ ਵੀ ਇੱਕ ਸਵਾਲ ਸਾਨੂੰ ਅੱਜ ਹੀ ਆਇਆ, ਜੋ ਕਿਰਪਾ ਕਰਕੇ ਇਹ ਬੇਨਤੀ ਹੈ ਬਈ ਉਹ ਕੋਈ ਹਰਜ ਨਹੀਂ, ਅਗਲੇ ਹਫ਼ਤੇ ਚੱਲ ਜਾਏਗਾ, ਪਰ ਇਹ ਜ਼ਰੂਰ ਹੈ ਕਿ ਅਸੀਂ ਸੇਮ ਡੇ ਉਹ ਨਹੀਂ ਫਿਰ ਲੈ ਸਕਦੇ। ਤੋ ਇੱਕ ਵਾਰ ਫਿਰ ਸਾਰੀ ਸੰਗਤ ਔਰ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਸਾਂਝੀ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।